नानक नाम मिलै तां जीवा। तन मन जीवै हरिया। हऊँ आया दूरों चल के मैं तकी तो सरनाए जियो। मैं आशा रखी चित में मेरा सबो दुख गवाए जियो। सुखाओ होटल गुर सेविए अहनिस सहज सुभाए। दर्शन परसिया गुरु कै जन्म मरण दुख जा। होवै सिफत खसंधि नूर अरसों कुरसों चटिया। तुद डिठे सच्चे पातशाह मल जन्म जन्म दी कटिए। तुद डिठे सच्चे पातशाह मल जन्म जन्म दी कटिए। सतनाम श्री वाहिगुरु साहिब जीओ। तनासरी महला पहला। काया कागद मन परवाना। सिर के लेख ना पड़े आना। दरगाह कड़िए तीने लेख। खोटा काम न आवे वेख। नानक जे विच रूपा होए। खरा खरा आखै सब कोई। काया कागद मन परवाना। वाहिगुरु जी का खालसा वाहिगुरु जी की फतेह। पतत पावन किरपा निधान सतगुरु गरीब नवाज। गुरु ग्रंथ साहिब जियां दी पावन पवित्र हजूरी दा आनंद मान रही गुरु की संगत। सतगुरां ने रहमत करके सत संगत दे ये जो सुभाग समय ने सानू बख्शिश कीते। गुरु की बाणी आप संगतां ने कीर्तन दे रूप दे विच और नितनेम दे रूप दे विच सरवण कीती है। इस वेले सतगुरु जी आपां नूं लड़ीवार कथा दे अंदर जो उपदेश बख्शिश करदे ने, इस उपदेश नूं सरवण करन वास्ते आपां गुरु दरबार विच एकत्रित होए हां। आओ अपने मन दे ध्यान नूं टकाईए बड़ी भावना दे नाल सतगुरां दे जो अमृत बचन हन इन्हां नूं सरवण करके लाहा प्राप्त करिए। जिथे आपां शरीर करके बैठे होए हाँ उथे सतगुरां दी हजूरी विच मन करके भी बैठीए और बड़ी भावना दे नाल सतगुरां दे अमृत बचन जिहड़े ने इन्हां नूं सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। तनासरी महला पहला। तनासरी राग दे अंदर पहले पातशाह साहिब गुरु नानक देव महाराज जी ये पावन पवित्र उपदेश बख्शिश करते हैं। काया कागद मन परवाना। गुरु जी बख्शिश करते कहन लगे भाई ये जो शरीर रूपी कागज है ना
ਇਹ ਸਰੀਰ ਰੂਪੀ ਕਾਗਜ਼ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਕਾਲ ਰੂਪੀ ਮੀਂਹ ਦੀ ਇਹਦੇ ਉੱਪਰ ਬੂੰਦ ਨਹੀਂ ਪੈਂਦੀ ਹੈ। ਕਾਗਜ਼ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ, ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ, ਪਰ ਜਦੋਂ ਉਸ ਕਾਗਜ਼ ਦੇ ਉੱਪਰ ਪਾਣੀ ਦੀ ਬੂੰਦ ਪੈ ਜਾਵੇ ਤੇ ਉਹ ਕਾਗਜ਼ ਗਲ ਜਾਂਦਾ ਹੈ, ਉਹ ਕੰਮ ਨਹੀਂ ਆਉਂਦਾ, ਖਰਾਬ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਆ ਮਨੁੱਖ, ਇਹ ਜਿਹੜਾ ਤੇਰਾ ਸਰੀਰ ਹੈ ਨਾ ਗੁਰਮੁਖਾ, ਵੀ ਇੱਕ ਕਾਗਜ਼ ਹੀ ਹੈ। ਭਾਵੇਂ ਕਿੰਨਾ ਸੋਹਣਾ ਹੈ, ਕਿੰਨਾ ਮਜ਼ਬੂਤ ਹੈ, ਕਿੰਨਾ ਤਾਕਤ ਵਾਲਾ ਹੈ, ਕਿੰਨਾ ਮਹਿੰਗਾ ਹੈ, ਪਰ ਜਦੋਂ ਕਾਲ ਦਾ ਮੀਂਹ ਪੈ ਗਿਆ ਨੇ ਇਹਦੇ ਉੱਪਰ ਆ ਕੇ, ਮੌਤ ਆ ਕੇ ਖੜੀ ਹੋ ਗਈ ਨਾ ਸਾਹਮਣੇ, ਤੇ ਸਰੀਰ ਰੂਪੀ ਕਾਗਜ਼ ਨੇ ਗਲ ਜਾਣਾ। ਉਸੇ ਵੇਲੇ ਸਰੀਰ ਮੁੱਕ ਜਾਣਾ, ਖਤਮ ਹੋ ਜਾਣਾ। ਫਰੀਦਾ ਜਿੰਦ ਨਮਾਣੀ ਕੱਢੀਐ, ਹੱਡਾਂ ਕੂ ਕੜਕਾਏ। ਅੱਜ ਸਰੀਰ ਸਾਡਾ ਬੜਾ ਸਖਤ ਹੈ, ਮਜ਼ਬੂਤ ਹੈ, ਤਾਕਤ ਵਾਲਾ ਹੈ, ਪਰ ਜਦੋਂ ਜਮ ਸਾਹਮਣੇ ਖੜ ਗਏ, ਇਸ ਮਜ਼ਬੂਤ ਤੇ ਤਗੜੇ ਸਰੀਰ ਨੂੰ ਵੀ ਤੋੜ ਕੇ ਮਰੋੜ ਕੇ ਇਹਦੇ ਵਿੱਚੋਂ ਜਿੰਦ ਕੱਢ ਲੈਣੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਫਿਰ ਕਿਸ ਸਰੀਰ ਦੇ ਉੱਪਰ ਮਾਣ ਕਰਦਾ ਪਿਆ ਕਿ ਮੇਰਾ ਸਰੀਰ ਬੜਾ ਚੰਗਾ ਹੈ, ਸਮਝਦਾ ਨਹੀਂ ਬਚਨ। ਬਚਨ ਇਹ ਹੈ, ਕਾਇਆ ਕਾਗਦ, ਇਹ ਤੇਰਾ ਸਰੀਰ ਹੈ ਗੁਰਮੁਖਾ ਕਾਗਜ਼, ਅਤੇ ਇਹਦੇ ਉੱਪਰ ਜਦੋਂ ਕਾਲ ਰੂਪੀ ਬੱਦਲ ਦਾ ਮੀਂਹ ਪੈ ਗਿਆ ਨਾ, ਉਸ ਵੇਲੇ ਇਸ ਨੇ ਗਲ ਜਾਣਾ, ਮੁੱਕ ਜਾਣਾ ਹੈ, ਇਹ ਰਹਿਣਾ ਕੋਈ ਨਹੀਂ ਹੈ। ਪਰ ਤੇਰਾ ਸਰੀਰ, ਤੇਰਾ ਧਿਆਨ ਇਸ ਵੇਲੇ ਸਰੀਰ ਰੂਪੀ ਕਾਗਜ਼ ਵੱਲ ਹੀ ਲੱਗਾ ਹੋਇਆ ਹੈ ਕਿ ਮੇਰਾ ਸਰੀਰ ਬੜਾ ਚੰਗਾ ਹੈ, ਬੜਾ ਸੋਹਣਾ ਹੈ, ਮੈਂ ਇਹਨੂੰ ਚੰਗੀ ਤਰ੍ਹਾਂ ਸਾਂਭ ਲਵਾਂ, ਇਹਦੇ ਮਾਣ ਸਨਮਾਨ ਵਿੱਚ ਲੱਗਾ ਹੋਇਆ। ਅਗਲਾ ਬਚਨ ਮਹਾਰਾਜ ਕਰਦੇ, ਮਨ ਪਰਵਾਣਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਬਚਨ ਇਹ ਹੈ ਗੁਰਮੁਖਾ, ਇਹ ਸਰੀਰ ਨੂੰ ਪ੍ਰਮਾਨੀ ਕਰਨ ਵਾਸਤੇ, ਕਿ ਮੇਰਾ ਸਰੀਰ ਪ੍ਰਮਾਨਿਆ ਜਾਵੇ, ਇਹ ਕਰਨ ਵਾਸਤੇ ਲੱਗਾ ਹੋਇਆ। ਐਸੇ ਕਾਰਜਾਂ ਨੂੰ ਇਹ ਵਿਅਕਤੀ ਕਰਦਾ ਹੈ। ਸਿਰ ਕੇ ਲੇਖ ਨਾ ਪੜੈ ਇਆਣਾ। ਇਹ ਜੋ ਇਆਣਾ ਜੀਵ ਹੈ, ਸਿਰ ਕੇ ਲੇਖ, ਜੋ ਵੇਦਾਂ ਸ਼ਾਸਤਰਾਂ ਵਿੱਚ ਸਿਰ ਕਹੀਏ ਸ਼੍ਰੋਮਣੀ ਹੈ ਨਾ ਪਰਮਾਤਮਾ ਦਾ ਨਾਮ, ਉਹ ਨਾਮ ਰੂਪੀ ਲੇਖੇ ਨੂੰ ਇਹ ਪੜ੍ਹਦਾ ਨਹੀਂ। ਵੇਦਾਂ ਵਿੱਚ ਲਿਖਿਆ, ਸ਼ਾਸਤਰਾਂ ਵਿੱਚ ਲਿਖਿਆ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ। ਸਿਮਰਤੀਆਂ ਵਿੱਚ, ਸ਼ਾਸਤਰਾਂ ਵਿੱਚ ਪੁੰਨਾਂ ਦੀ ਗੱਲ, ਪਾਪਾਂ ਦੀ ਗੱਲ, ਕਰਮਕਾਂਡ ਦੀ ਗੱਲ ਕੀਤੀ ਹੈ, ਪਰ ਉਹਨਾਂ ਦੇ ਨਿਚੋੜ ਦੀ ਗੱਲ ਕਰੀਏ ਤੇ ਗੁਰਮੁਖੋ, ਉਹਦੇ ਵਿੱਚ ਉਹਨਾਂ ਨੇ ਨਾਮ ਦੀ ਗੱਲ ਵੀ ਕੀਤੀ ਹੈ, ਵੀ ਨਾਮ ਸਭ ਤੋਂ ਸ਼੍ਰੋਮਣੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਸ ਸ਼੍ਰੋਮਣੀ ਨਾਮ ਨੂੰ ਆਖਿਆ ਗਿਆ ਨਾ ਵੀ ਨਾਮ ਸ਼੍ਰੋਮਣੀ ਹੈ, ਉਸ ਨਾਮ ਨੂੰ ਇਹ ਜਿਹੜਾ ਜੀਵ ਹੈ, ਇਹ ਉਸ ਨੂੰ ਮੰਨਦਾ ਨਹੀਂ ਹੈ, ਉਸ ਨਾਮ ਨੂੰ ਜਪਣਾ ਹੀ ਨਹੀਂ ਚਾਹੁੰਦਾ, ਨਾਮ ਵੱਲ ਤੇ ਧਿਆਨ ਲੈ ਕੇ ਜਾਂਦਾ ਹੀ ਨਹੀਂ ਹੈ। ਸਿਰ ਕੇ ਲੇਖ ਨਾ ਪੜ੍ਹੇ ਇਆਣਾ। ਸਿਰ ਜੋ ਸ਼੍ਰੋਮਣੀ ਪਰਮਾਤਮਾ ਦਾ ਨਾਮ ਵੇਦਾਂ ਸ਼ਾਸਤਰਾਂ ਦੇ ਵਿੱਚ ਹੈ, ਉਸ ਨਾਮ ਨੂੰ ਇਹ ਪੜ੍ਹਨਾ ਨਹੀਂ ਚਾਹੁੰਦਾ, ਉਸ ਨਾਮ ਦੇ ਉੱਪਰ ਵਿਚਾਰ ਨਹੀਂ ਕਰਨੀ ਚਾਹੁੰਦਾ, ਉਸ ਨਾਮ ਦੀ ਦਾਤ ਨੂੰ ਇਹ ਪ੍ਰਾਪਤ ਨਹੀਂ ਕਰਨਾ ਚਾਹੁੰਦਾ। ਐਸਾ ਵਿਅਕਤੀ ਹੈ, ਐਸਾ ਭੁੱਲਿਆ ਹੋਇਆ ਪਰਮੇਸ਼ਰ ਦੇ ਨਾਮ ਵੱਲੋਂ ਕਿ ਉਹਦੇ ਨਾਮ ਨੂੰ ਜਪਣਾ ਠੀਕ ਨਹੀਂ ਸਮਝਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਸ ਕਰਕੇ ਇਸ ਜੀਵ ਨੂੰ ਬਹੁਤ ਭਾਰੀ ਭਾਈ ਵੱਡਾ ਘਾਟਾ ਪੈ ਰਿਹਾ ਹੈ। ਫਿਰ ਮਹਾਰਾਜ ਇਹ ਜੋ ਸ਼ਬਦ ਹੈ ਸਾਨੂੰ ਦੁਬਾਰ ਤੋਂ ਬਖਸ਼ਿਸ਼ ਕਰਦੇ ਹਨ। ਕਾਇਆ ਕਾਗਦ ਮਨ ਪਰਵਾਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜੋ ਕਾਇਆ ਰੂਪੀ ਕਾਗਜ਼ ਹੈ ਨਾ ਗੁਰਮੁਖਾ, ਇਸ ਕਾਇਆ ਦੇ ਕਾਗਜ਼ ਦੇ ਉੱਪਰ ਇਸ ਵਿਅਕਤੀ ਨੇ ਕੀ ਕੀਤਾ ਹੈ ਕਿ ਜਿਹੜਾ ਆਪਣਾ ਮਨ ਹੈ ਨਾ ਗੁਰਮੁਖੋ, ਮਨ ਨੂੰ ਯਤਨਾਂ ਰੂਪੀ ਪਰਵਾਨੇ ਲਿਖਣ ਦੇ ਵਿੱਚ ਲਾਇਆ ਹੋਇਆ, ਯਤਨ ਕਰਨ ਵਾਸਤੇ। ਭਾਵੇਂ ਕਿ ਇਹ ਸਰੀਰ ਗਲ ਜਾਣ ਵਾਲਾ, ਮੁੱਕ ਜਾਣ ਵਾਲਾ, ਪਰ ਮਨ ਫਿਰ ਵੀ ਯਤਨ ਕਰਦਾ ਪਿਆ। ਕਾਹਦੇ ਯਤਨ ਕਰਦਾ ਪਿਆ? ਸਰੀਰ ਨੂੰ ਪਾਲਦਾ ਪਿਆ, ਪੋਸ਼ਦਾ ਪਿਆ, ਬੜਾ ਧਿਆਨ ਰੱਖਦਾ ਪਿਆ। ਮਨ ਨੂੰ ਲਾਇਆ ਹੋਇਆ, ਮਨ ਦਾ ਧਿਆਨ ਹਰ ਵੇਲੇ ਸਰੀਰ ਵਿੱਚ ਹੀ ਲੱਗਾ ਰਹਿੰਦਾ, ਇਹਨੂੰ ਫਬਾਉਣ ਵਿੱਚ, ਇਹਦੀ ਟੌਰ ਕੱਢਣ ਵਿੱਚ, ਇਹਦੀ ਹਿਫਾਜ਼ਤ ਵਿੱਚ, ਇਹਨੂੰ ਪਾਲਣ ਪੋਸ਼ਣ ਵਿੱਚ ਲੱਗਾ ਹੋਇਆ। ਕਾਇਆ ਕਾਗਜ਼, ਕਾਇਆ ਰੂਪੀ ਕਾਗਜ਼ ਗਲ ਜਾਣ ਵਾਲਾ ਹੈ, ਪਰ ਮਨ ਪਰਵਾਣਾ, ਇਹ ਜਿਹੜਾ ਮਨ ਹੈ ਨਾ,
ਇਹ ਪਰਵਾਨੇ ਲਿਖਣ ਵਿੱਚ ਲੱਗਾ ਹੋਇਆ। ਜਿਵੇਂ ਕੋਈ ਮੁਨਸ਼ੀ ਬੈਠਾ ਨਾ ਹਿਸਾਬ ਕਿਤਾਬ ਦੇ ਵਿੱਚ, ਉਹ ਕਈ ਤਰ੍ਹਾਂ ਦੀਆਂ ਚਿੱਠੀਆਂ ਲਿਖਦਾ, ਉਹਦਾ ਧਿਆਨ ਚਿੱਠੀਆਂ ਲਿਖਣ ਵਿੱਚ ਲੱਗਾ ਹੋਇਆ। ਪਰ ਮੁਨਸ਼ੀ ਇਹ ਨਹੀਂ ਜਾਣਦਾ ਵੀ ਜਿਸ ਕਾਗਜ਼ ਦੇ ਉੱਪਰ ਚਿੱਠੀ ਲਿਖਦਾ ਪਿਆ, ਫਰਮਾਨ ਲਿਖਦਾ ਪਿਆ, ਹਿਸਾਬ ਕਿਤਾਬ ਲਿਖਦਾ ਪਿਆ, ਜੇ ਕਾਗਜ਼ ਹੀ ਗਲ ਗਿਆ ਤੇ ਹਿਸਾਬ ਕਿਤਾਬ ਕਾਹਦਾ ਰਹਿ ਜਾਣਾ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ ਨਾ, ਉਹ ਸਰੀਰ ਨੂੰ ਪਾਲਣ ਪੋਸ਼ਣ ਵਿੱਚ ਲੱਗਾ ਹੋਇਆ, ਪਰ ਮਨ ਇਹ ਨਹੀਂ ਜਾਣਦਾ ਵੀ ਜਿਸ ਸਰੀਰ ਨੂੰ ਮੈਂ ਪਾਲਦਾ ਪੋਸ਼ਦਾ ਪਿਆ, ਜਦੋਂ ਇਹ ਸਰੀਰ ਹੀ ਮੁੱਕ ਗਿਆ, ਖਤਮ ਹੋ ਗਿਆ, ਤੇ ਪਾਲਣਾ ਪੋਸ਼ਣਾ ਫਿਰ ਕਿਸ ਕੰਮ ਆਇਆ? ਨਹੀਂ ਆਇਆ ਹੈ। ਸਮਝਦਾ ਨਹੀਂ ਇਹਨਾਂ ਬਚਨਾਂ ਨੂੰ। ਮਹਾਰਾਜ ਕਹਿਣ ਲੱਗੇ, ਕਾਇਆ ਕਾਗਦ ਸਰੀਰ ਰੂਪੀ ਇਹ ਕਾਗਜ਼ ਤੇਰਾ, ਇਹਦੇ ਵਿੱਚ ਮਨ ਜਿਹੜਾ ਹੈ ਉਹ ਪਰਵਾਨੇ ਲਿਖਣ ਵਾਲਾ ਮੁਨਸ਼ੀ ਬਣਿਆ ਹੋਇਆ, ਪਾਲਣ ਪੋਸ਼ਣ ਵਿੱਚ ਲੱਗਾ ਹੋਇਆ, ਇਹਦੀ ਹਿਫਾਜ਼ਤ ਵਿੱਚ ਲੱਗਾ ਹੋਇਆ। ਪਰ ਇਹ ਨਹੀਂ ਜਾਣਦਾ ਇਹ ਮਨ ਵੀ ਇਹ ਸਰੀਰ ਰੂਪੀ ਕਾਗਜ਼ ਇੱਕ ਦਿਨ ਗਲ ਜਾਣ ਵਾਲਾ ਹੈ। ਸਿਰ ਕੇ ਲੇਖ ਨਾ ਪੜ੍ਹੇ ਆਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਜਿਹੜਾ ਅਗਿਆਨੀ ਜੀਵ ਹੈ ਨਾ, ਅਗਿਆਨ ਦੇ ਸਹਿ ਧੋ ਕੇ ਸਿਰ ਕੇ ਲੇਖ ਨਹੀਂ ਪੜ੍ਹਦਾ। ਸਿਰ ਦੇ ਲੇਖ ਕਿਹੜੇ ਨੇ? ਗੁਰਮੁਖੋ ਮੱਥੇ ਦੇ ਲੇਖ ਲਿਖਿਆ ਹੋਇਆ ਪਰਮਾਤਮਾ ਨੇ ਪਰਾਲਬਧ ਦਾ। ਪਰਾਰਬਧ ਉਸ ਨੂੰ ਕਿਹਾ ਜਾਂਦਾ ਹੈ, ਤੂੰ ਜਿਸ ਤਰ੍ਹਾਂ ਦੇ ਕਰਮ ਪਿੱਛੇ ਕਰਕੇ ਆਇਆ, ਉਹਨਾਂ ਕਰਮਾਂ ਦਾ ਲੇਖਾ ਤੇਰੇ ਮੱਥੇ ਦੇ ਉੱਪਰ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹਨਾਂ ਕਰਮਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਇਸ ਲੋਕ ਦੇ ਵਿੱਚ ਸੁੱਖ ਵੀ ਮਿਲਣਾ, ਦੁੱਖ ਵੀ ਮਿਲਣਾ, ਪਦਾਰਥ ਮਿਲਣੇ ਵੀ ਤੇ ਪਦਾਰਥ ਜਾਣੇ ਵੀ। ਕਿਉਂਕਿ ਮੱਥੇ ਤੇ ਪਰਾਰਬਧ ਐਸੀ ਹੈ, ਲੇਖ ਇਹੋ ਜਿਹੇ ਨੇ, ਕਿੰਨੇ ਦੁੱਖ ਮਿਲਣੇ, ਕਿੰਨੇ ਸੁੱਖ ਮਿਲਣੇ, ਕਿੰਨਾ ਧਨ ਮਿਲਣਾ, ਕਿੰਨਾ ਧਨ ਗਵਾਚਣਾ ਹੈ, ਪਰਾਰਬਧ ਵਿੱਚ ਲਿਖਿਆ ਹੋਇਆ। ਪਰ ਇਹ ਅਣਜਾਣ ਤੇ ਅਗਿਆਨੀ ਜੀਵ ਆਪਣੇ ਪਰਾਰਬਧ ਦੇ ਉੱਪਰ ਟਿਕਦਾ ਹੀ ਨਹੀਂ ਹੈ। ਪਰਾਰਬਧ ਦੇ ਉੱਪਰ ਯਕੀਨ ਹੀ ਨਹੀਂ ਕਰਦਾ, ਭਰੋਸਾ ਹੀ ਨਹੀਂ ਕਰਦਾ ਵੀ ਕਰਮਾਂ ਤੋਂ ਬਾਹਰੀ ਚੀਜ਼ ਤੇ ਮਿਲ ਹੀ ਨਹੀਂ ਸਕਦੀ ਹੈ। ਯਤਨ ਕਰਦਾ ਵੀ ਮੈਨੂੰ ਮਿਲ ਜਾਵੇ, ਪਰ ਜਿਹੜਾ ਪਰਾਰਬਧ ਵਿੱਚ ਲਿਖਿਆ ਨਹੀਂ, ਕਰਮਾਂ ਵਿੱਚ ਲਿਖਿਆ ਨਹੀਂ, ਉਹ ਮਿਲ ਕਿਵੇਂ ਜਾਵੇ? ਜਿਹੜਾ ਕਰਮਾਂ ਵਿੱਚ ਲਿਖਿਆ ਸੁਤੇ ਸਿੱਧ ਮਿਲ ਜਾਵੇਗਾ, ਆਪਣੇ ਆਪ ਮਿਲ ਜਾਵੇਗਾ। ਜਿਹੜਾ ਲਿਖਿਆ ਨਹੀਂ, ਯਤਨ ਕਰਨ ਕਰਕੇ ਵੀ ਨਹੀਂ ਮਿਲਦਾ। ਮਾਇਆ ਕਾਰਨ ਧਾਵਹੀ ਮੂਰਖ ਲੋਕ ਅਜਾਨ। ਅਗਿਆਨੀ ਤੇ ਮੂਰਖ ਲੋਕ ਦੌੜਾਂ ਤੇ ਬੜੀਆਂ ਲਾਉਂਦੇ, ਪਰ ਮਿਲਣਾ ਉਹ ਹੈ ਜਿਹੜਾ ਕਰਮਾਂ ਵਿੱਚ ਲਿਖਿਆ ਹੈ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜਿਅੜੇ ਪਾਸ। ਜਿਸ ਤਰ੍ਹਾਂ ਦੇ ਕਰਮਾਂ ਦੇ ਲੇਖ ਪਰਮਾਤਮਾ ਦੇ ਲਿਖੇ, ਜੀਵ ਦੇ ਪਾਸ ਉਸੇ ਤਰ੍ਹਾਂ ਹੀ ਰਹਿੰਦਾ। ਪਰ ਉਹਦੇ ਕੀਤੇ ਹੋਏ ਪਰਾਰਬਧ ਨੂੰ ਮਿਟਿਆ ਨਹੀਂ ਜਾ ਸਕਦਾ। ਇੱਕ ਵਿਅਕਤੀ ਆਪਣੀ ਇਸਤਰੀ ਘਰਵਾਲੀ ਨੂੰ ਨਾਲ ਲੈ ਕੇ, ਆਪਣੇ ਪੁੱਤਰ ਨੂੰ ਨਾਲ ਲੈ ਕੇ ਤਪ ਕਰਨ ਵਾਸਤੇ ਬੈਠ ਗਿਆ ਵੀ ਮੈਂ ਬੜਾ ਵੱਡਾ ਤਪ ਕਰਕੇ ਤੇ ਬਹੁਤ ਜ਼ਿਆਦੇ ਪਦਾਰਥ ਪਾ ਲਵਾਂਗਾ। ਜਦੋਂ ਤਪ ਕਰਦਾ ਪਿਆ ਤੇ ਕਹਿਣ ਲੱਗੇ, ਉਸ ਵੇਲੇ ਦੇਵੀ ਪਾਰਬਤੀ ਨੇ ਪੁੱਛਿਆ ਭਗਵਾਨ ਸ਼ਿਵ ਨੂੰ, ਕਹਿਣ ਲੱਗੇ ਜੀ ਇੰਨਾ ਤਪ ਕਰਦੇ ਪਏ, ਇਹਨਾਂ ਨੂੰ ਦੇ ਦਿਓ ਕੁਝ ਨਾ ਕੁਝ ਪਦਾਰਥ ਜਿਹਦੇ ਵਾਸਤੇ ਕਰਦੇ ਪਏ। ਤੇ ਭਗਵਾਨ ਸ਼ਿਵ ਜੀ ਕਹਿਣ ਲੱਗੇ, ਕਹਿੰਦੇ ਵੀ ਕਰਮਾਂ ਵਿੱਚ ਦਾਤ ਹੋਵੇ ਨਾ ਤੇ ਦਈਏ ਕਿਵੇਂ? ਕਰਮਾਂ ਵਿੱਚ ਹੋਵੇ ਤੇ ਤਾਂ ਹੀ ਮਿਲੇ ਨਾ, ਇਹਨਾਂ ਦੇ ਕਰਮਾਂ ਵਿੱਚ ਦਾਤ ਹੈ ਹੀ ਨਹੀਂ ਤੇ ਮਿਲਦੀ ਨਹੀਂ ਪਈ। ਕਹਿਣ ਲੱਗੇ ਜੀ ਨਹੀਂ, ਥੋੜ੍ਹਾ ਬਹੁਤਾ ਤੇ ਕੁਝ ਨਾ ਕੁਝ ਦਿਓ ਨਾ ਇਹਨਾਂ ਨੂੰ। ਕਹਿਣ ਲੱਗੇ ਚੱਲ ਤੁਹਾਡੇ ਕਹਿਣ ਕਰਕੇ ਅਸੀਂ ਯਤਨ ਕਰਦੇ ਹਾਂ, ਪਰ ਬਚਨ ਇਹ ਆ ਵੀ ਮਿਲਣਾ ਇਹਨਾਂ ਨੂੰ ਕੱਖ ਨਹੀਂ, ਰਹਿ ਇਹਨਾਂ ਨੇ ਖਾਲੀ ਦੇ ਖਾਲੀ ਜਾਣਾ। ਪਰ ਜੇ ਤੁਸੀਂ ਆਖ ਦਿਓ ਤੇ ਅਸੀਂ ਕੋਈ ਯਤਨ ਕਰ ਲੈਂਦੇ। ਤੇ ਜਦੋਂ ਗਏ ਨਾ ਉਹਨਾਂ ਤਾਪ ਕਰਨ ਵਾਲਿਆਂ ਦੇ ਕੋਲ, ਜਿਹੜੀ ਇਸਤਰੀ ਸੀ ਕਰਦੀ ਵੀ ਤਾਪ, ਉਹਨੂੰ ਪੁੱਛਿਆ ਵੀ ਦੱਸ ਕੀ ਚਾਹੀਦਾ? ਕਹਿਣ ਲੱਗੀ ਵੀ ਮੈਂ ਬਹੁਤ ਸੋਹਣੀ ਬਣ ਜਾਵਾਂ, ਜਵਾਨ ਬਣ ਜਾਵਾਂ, ਅਪਸ਼ਰਾ ਵਰਗਾ ਮੇਰਾ ਰੰਗ ਰੂਪ ਬਣ ਜਾਵੇ, ਐਸਾ ਸੁੰਦਰ ਸਰੀਰ ਬਣੇ ਵੀ ਮੇਰੇ ਵਰਗਾ ਕੋਈ ਸੋਹਣਾ ਨਾ ਇਸ ਵੇਲੇ ਦੁਨੀਆ ਵਿੱਚ ਹੋਵੇ। ਜਦੋਂ ਇਹ ਵਰ ਮੰਗਿਆ ਤੇ ਉਹ ਕਹਿਣ ਲੱਗੇ ਠੀਕ ਹੈ, ਜੇ ਤੂੰ ਮੰਗਿਆ ਤੇ ਅਸੀਂ ਦੇ ਦਿੰਦੇ। ਠੀਕ ਕਹਿਣ ਦੀ ਢੇਰ ਸੀ, ਉਸੇ ਵੇਲੇ ਝੱਟ ਹੀ ਉਹ ਸੁੰਦਰ ਤੇ ਖੂਬਸੂਰਤ ਬਣ ਗਈ। ਹਾਲੇ ਖੂਬਸੂਰਤ ਬਣੀ ਹੈ, ਇੰਨੇ ਚਿਰ ਨੂੰ ਰਾਜਾ ਉੱਥੋਂ ਲੰਘਦਾ ਪਿਆ ਤੇ ਉਹਨੇ ਵੇਖਿਆ ਵੀ ਇਹ ਜੰਗਲ ਦੇ ਵਿੱਚ ਇਸਤਰੀ ਬੜੀ ਸੋਹਣੀ ਹੈ, ਇੱਥੇ ਕੀ ਕਰਦੀ ਪਈ? ਆਪਣੀ ਫੌਜ ਨੂੰ ਹੁਕਮ ਦਿੱਤਾ, ਕਹਿਣ ਲੱਗਾ ਲੈ ਕੇ ਆਓ, ਮੈਂ ਇਸ ਨੂੰ ਰਾਜ ਮਹਿਲਾਂ ਵਿੱਚ ਲੈ ਕੇ ਜਾਂਦਾ। ਤੇ ਰਾਜੇ ਨੇ ਉਹ ਸੋਹਣੀ ਇਸਤਰੀ ਨੂੰ ਆਪਣੇ ਘੋੜੇ ਤੇ ਬਿਠਾ ਕੇ ਜਦੋਂ ਚਲੇ ਗਿਆ ਤੇ ਉਸ ਤੋਂ ਮਗਰੋਂ ਜਿਹੜਾ ਬੈਠਾ ਸੀ ਨਾ ਆਦਮੀ, ਇਹਦਾ ਘਰ ਵਾਲਾ ਬੀਬੀ ਦਾ, ਉਹਨੂੰ ਪੁੱਛਿਆ, ਕਹਿਣ ਲੱਗੇ ਤੈਨੂੰ ਕੀ ਚਾਹੀਦਾ? ਕਹਿਣ ਲੱਗਾ ਮੈਨੂੰ ਕੀ ਚਾਹੀਦਾ, ਜੋ ਮੈਨੂੰ ਪਹਿਲਾਂ ਮਿਲਿਆ ਮੇਰੇ ਕੋਲ ਤੇ ਉਹ ਨਹੀਂ ਰਿਹਾ, ਘਰਵਾਲੀ ਨੂੰ ਰਾਜਾ ਲੈ ਗਿਆ।
ਤੁਸੀਂ ਇਸ ਤਰ੍ਹਾਂ ਕਰੋ, ਜੇ ਮੇਰੇ ਤਪ ਦਾ ਮੈਨੂੰ ਫਲ ਦੇਣਾ ਚਾਹੁੰਦੇ ਹੋ ਤੇ ਉਹ ਸੂਰੀ ਬਣ ਜਾਵੇ, ਸੂਰਨੀ ਬਣ ਜਾਵੇ, ਇਹ ਮੈਨੂੰ ਵਰ ਦੇ ਦਿਓ। ਮੈਨੂੰ ਇਹ ਦਿਓ ਵੀ ਉਹ ਸੂਰੀ ਬਣੇ ਤੇ ਰਾਜਾ ਉਸ ਨੂੰ ਛੱਡ ਦੇਵੇ। ਕਹਿਣ ਲੱਗੇ ਠੀਕ ਹੈ, ਤੇਰੀ ਮੁਰਾਦ ਪੂਰੀ ਹੋਈ। ਦੂਜਾ ਵਰ ਦਿੱਤਾ ਤੇ ਉਹ ਘੋੜੇ ਤੇ ਬੈਠੀ ਇਸਤਰੀ ਸੂਰੀ ਬਣ ਗਈ, ਸੂਰਨੀ ਬਣ ਗਈ। ਜਦੋਂ ਘੁਰ ਕੀਤਾ ਤੇ ਰਾਜੇ ਨੇ ਵੇਖਿਆ ਵੀ ਇਹ ਤੇ ਸੂਰਨੀ ਹੈ, ਮੇਰੇ ਨਾਲ ਕੋਈ ਮਾਇਆ ਨੇ ਇਹ ਖੇਡ ਰਚਾਈ ਹੈ, ਮੇਰੇ ਨਾਲ ਤੇ ਕੋਈ ਧੋਖਾ ਹੋ ਗਿਆ। ਚੁੱਕ ਕੇ ਉਹਨੂੰ ਘੋੜੇ ਤੋਂ ਥੱਲੇ ਸੁੱਟਿਆ ਤੇ ਆਪ ਅੱਗੇ ਚਲਾ ਗਿਆ। ਹੁਣ ਤੀਜੀ ਥਾਂ ਤੇ ਲੜਕਾ ਬੈਠਾ, ਲੜਕੇ ਨੂੰ ਪੁੱਛਿਆ, ਕਹਿਣ ਲੱਗੇ ਦੱਸ ਤੈਨੂੰ ਕੀ ਚਾਹੀਦਾ? ਕਹਿਣ ਲੱਗਾ ਮੈਨੂੰ ਤੇ ਮਾਂ ਹੀ ਚਾਹੀਦੀ ਹੈ। ਜਿਹੜੀ ਸੂਰੀ ਬਣੀ ਹੈ ਨਾ, ਕਿਰਪਾ ਕਰਕੇ ਉਹਨੂੰ ਫਿਰ ਪਹਿਲੇ ਰੂਪ 'ਚ ਲਿਆਓ ਤੇ ਮਾਂ ਦੇ ਰੂਪ ਵਿੱਚ ਮੈਨੂੰ ਮਿਲ ਜਾਵੇ, ਮੈਨੂੰ ਇਹ ਕੁਝ ਹੀ ਚਾਹੀਦਾ। ਕਹਿਣ ਲੱਗੇ ਠੀਕ ਹੈ, ਜੇ ਤੂੰ ਇਹ ਗੱਲ ਆਖਦਾ ਤੇ ਮਾਂ ਦੇ ਰੂਪ ਵਿੱਚ ਤੈਨੂੰ ਮਿਲੇਗੀ। ਤੀਜੀ ਵਾਰੀ ਬਚਨ ਹੋਇਆ ਤਾਂ ਪਹਿਲੇ ਵਾਲੇ ਫਿਰ ਰੂਪ ਦੇ ਵਿੱਚ ਆ ਕੇ ਤੇ ਬੱਚੇ ਨੂੰ ਮਿਲੀ। ਹੁਣ ਮੰਗਿਆ ਤੇ ਤਿੰਨਾਂ ਨੇ ਆਪੋ ਆਪਣੀ ਮਰਜ਼ੀ ਮੁਤਾਬਕ ਹੀ ਹੈ, ਪਰ ਮੰਗਣ ਤੋਂ ਮਗਰੋਂ ਵੀ ਉਹੀ ਹਾਲਤ ਹੋਈ ਜੋ ਪਹਿਲਾਂ ਸੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੰਦਾ ਜਿਹੜਾ ਨਾ ਪਰਾਰਬਧ ਦੇ ਉੱਪਰ ਯਕੀਨ ਨਹੀਂ ਕਰਦਾ ਵੀ ਜੋ ਪਰਾਰਬਧ ਵਿੱਚ ਲਿਖਿਆ ਹੈ ਬਿਨਾਂ ਮੰਗਣ ਤੋਂ, ਬਿਨਾਂ ਯਤਨ ਤੋਂ ਪ੍ਰਾਪਤ ਹੋ ਜਾਣਾ, ਤੇ ਜਿਹੜਾ ਪਰਾਰਬਧ ਵਿੱਚ ਨਹੀਂ ਨਾ ਲਿਖਿਆ ਉਹ ਯਤਨ ਕਰਨ ਤੋਂ ਵੀ, ਜਿਸ ਤਰ੍ਹਾਂ ਆਪਾਂ ਹੁਣੇ ਸੁਣਿਆ ਵੀ ਉਹ ਇਸਤਰੀ ਸੋਹਣੀ ਬਣ ਗਈ, ਫਿਰ ਸੂਰਨੀ ਬਣ ਗਈ, ਫਿਰ ਉਹ ਮਾਂ ਦੇ ਰੂਪ ਵਿੱਚ ਉਸੇ ਤਰ੍ਹਾਂ ਹੀ ਵਾਪਸ ਆ ਗਈ। ਕਰਮਾਂ ਤੋਂ ਬਾਹਰੀ ਦਾਤ ਮਿਲਦੀ ਨਹੀਂ ਹੈ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਬੜੇ ਬੜੇ ਬਚਨ ਤੇ ਉਦਾਹਰਨਾਂ ਬਖਸ਼ਿਸ਼ ਕੀਤੀਆਂ। ਗੁਰਬਾਣੀ ਦੇ ਵਿੱਚ ਇੱਕ ਬਚਨ ਮਹਾਰਾਜ ਜੀ ਨੇ ਲਿਖਿਆ, ਕਹਿਣ ਲੱਗੇ ਭਾਈ ਬਚਨ ਇਹ ਹੈ ਗੁਰਮੁਖੋ ਕਿ ਤ੍ਰੇਤੇ ਯੁੱਗ ਦੇ ਵਿੱਚ ਭਗਵਾਨ ਰਾਮ ਜੀ ਹੋਏ ਤੇ ਉਹਨਾਂ ਦੇ ਅਨਿੰਨ ਸੇਵਕ ਜਿਹੜੇ ਸਨ ਹਨੂਮਾਨ ਜੀ ਹੋਏ। ਪਰ ਹਨੂਮਾਨ ਦਾ ਕਰਮ ਇਸ ਤਰ੍ਹਾਂ ਦਾ ਪਰਮਾਤਮਾ ਨੇ ਲਿਖਿਆ ਵੀ ਉਹ ਕੇਵਲ ਆਪਣੇ ਲੱਕ ਦੇ ਨਾਲ ਲੰਗੋਟ ਹੀ ਬੰਨ੍ਹ ਸਕਦੇ, ਲੰਗੋਟ ਤੋਂ ਬਿਨਾਂ ਕੋਈ ਦੂਜਾ ਕੱਪੜਾ ਹੀ ਨਹੀਂ ਪਾ ਸਕਦੇ। ਇੱਕ ਦਿਨ ਭਗਵਾਨ ਰਾਮ ਜੀ ਕਹਿਣ ਲੱਗੇ, ਕਹਿੰਦੇ ਜੋ ਮੇਰੇ ਭਰਾ ਨੂੰ ਲਛਮਣ ਨੂੰ ਮੂਰਛਤ ਤੋਂ ਠੀਕ ਕਰ ਦੇਵੇ ਨਾ, ਮੈਂ ਸਰਬੰਸ ਦਾਨ ਕਰ ਦਿਆਂਗਾ। ਉਸ ਵੇਲੇ ਹਨੂਮਾਨ ਦੀ ਡਿਊਟੀ ਲੱਗੀ। ਪ੍ਰਸੰਗ ਬੜਾ ਲੰਮਾ ਹੈ, ਆਪਾਂ ਟੂਕ ਮਾਤਰ ਸਰਵਨ ਕਰ ਰਹੇ ਹਾਂ। ਸੰਜੀਵਨੀ ਬੂਟੀ ਲਿਆ ਕੇ ਲਛਮਣ ਜੀਆਂ ਨੂੰ ਜਿਉਂਦਾ ਕੀਤਾ। ਇਹ ਖੁਸ਼ੀ ਦੀ ਖਬਰ ਦੱਸਣ ਵਾਸਤੇ ਰਾਮ ਜੀਆਂ ਦੇ ਕੋਲ ਚਲੇ ਗਏ ਹਨੂਮਾਨ ਜੀ ਵੀ ਹੁਣ ਮੈਂ ਮੂੰਹੋਂ ਮੰਗੀ ਦਾਤ ਜਿਹੜੀ ਹੈ ਲੈ ਸਕਦਾ। ਨਾਲੇ ਸਰਬੰਸ ਦਾਨ ਕਰਨ ਦਾ ਉਹਨਾਂ ਨੇ ਬਚਨ ਕੀਤਾ। ਜਦੋਂ ਇਹ ਖਬਰ ਦੇਣ ਵਾਸਤੇ ਹਨੂਮਾਨ ਜੀ ਪਹੁੰਚੇ ਤੇ ਕਹਿਣ ਲੱਗੇ ਭਗਵਾਨ ਰਾਮ ਜੀ ਇਸ਼ਨਾਨ ਕਰਨ ਤੋਂ ਮਗਰੋਂ ਆਪਣਾ ਲੰਗੋਟ ਉਤਾਰ ਕੇ ਤੇ ਉਸ ਨੂੰ ਨਿਚੋੜਦੇ ਪਏ ਸਨ। ਹਨੂਮਾਨ ਨੇ ਜਾ ਕੇ ਖਬਰ ਸੁਣਾਈ, ਤੁਹਾਡੇ ਭਰਾ ਜਿੰਦਾ ਹੋ ਗਏ ਨੇ। ਉਹ ਜਿਹੜਾ ਹੱਥ ਵਿੱਚ ਲੰਗੋਟ ਨਿਚੋੜਦੇ ਪਏ ਹਨੂਮਾਨ ਨੂੰ ਦੇ ਦਿੱਤਾ। ਕਹਿਣ ਲੱਗੇ ਬਚਨ ਤੇਰੇ ਨਾਲ ਕੀਤਾ ਸੀ ਸਰਬੰਸ ਦਾਨ ਕਰਾਂਗੇ। ਤੇ ਸਰਬੰਸ ਦਾਨ ਕਰਨ ਤੋਂ ਭਾਵ ਹੁੰਦਾ ਵੀ ਜਿਸ ਵੇਲੇ ਦਾਨ ਕਰਨਾ ਉਸ ਵੇਲੇ ਜਿਹੜੀ ਚੀਜ਼ ਕੋਲ ਹੋਵੇ ਉਹ ਦਾਨ ਕਰਦੇ ਨਹੀਂ, ਉਹਨੂੰ ਸਰਬੰਸ ਦਾਨ ਕਿਹਾ ਜਾਂਦਾ ਹੈ। ਕਹਿਣ ਲੱਗੇ ਹਨੂਮਾਨ ਤੇਰੇ ਕਰਮਾਂ ਵਿੱਚ ਇਹ ਲੰਗੋਟ ਹੈ, ਲੰਗੋਟ ਤੋਂ ਬਾਹਰੀ ਚੀਜ਼ ਤੇਰੇ ਕਰਮਾਂ ਵਿੱਚ ਲਿਖੀ ਨਹੀਂ ਤੇ ਮਿਲਦੀ ਕਿਵੇਂ? ਸੋ ਇਹ ਇਤਿਹਾਸ ਦੀਆਂ ਉਦਾਹਰਨਾਂ ਨੇ। ਮਹਾਰਾਜ ਕਹਿਣ ਲੱਗੇ ਪਰ ਇਹ ਬੰਦਾ ਜਾਣਦਾ ਨਹੀਂ ਨਾ, ਆਪਣੇ ਕਰਮਾਂ ਦੇ ਉੱਪਰ ਯਕੀਨ ਨਹੀਂ ਕਰਦਾ, ਪਰਾਰਬਧ ਦੇ ਉੱਪਰ ਯਕੀਨ ਨਹੀਂ ਕਰਦਾ, ਪਰਾਰਬਧ ਤੋਂ ਅੱਗੇ ਜਾਣਾ ਚਾਹੁੰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਲ ਬਿਸਲ ਆਣ ਤੋਖੀ ਲੈ ਹਰੀ ਕਰਮ ਕਾਰ ਕਸੌਟੀ ਮਫੀ ਟਸਰੀ। ਪਰ ਕਰਮਾਂ ਦੇ ਵਿੱਚ ਕਹਿਣ ਲੱਗੇ ਉਹੀ ਲੰਗੋਟ ਲਿਖਿਆ ਤੇ ਉਹੀ ਮਿਲਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਾਇਆ ਕਾਗਦ ਮਨ ਪਰਵਾਨਾ ਸਿਰਕੇ ਲੇਖ ਨਾ ਪੜ੍ਹੇ ਇਹ ਆਣਾ। ਇਹ ਜੀਵ ਜਿਹੜਾ ਨਾ ਕਾਇਆ ਜਿਹੜਾ ਸਰੀਰ ਹੈ ਇਹਦੇ ਵਿੱਚ ਲੱਗਾ ਹੋਇਆ, ਪਰ ਜਿਹੜੇ ਸਿਰ ਦੇ ਲੇਖ ਨੇ ਨਾ, ਸਿਰ ਦੇ ਲੇਖ, ਮੱਥੇ ਦੇ ਲੇਖ, ਕਰਮਾਂ ਦੇ ਲੇਖ, ਉਹਨਾਂ ਨੂੰ ਪੜ੍ਹਦਾ ਨਹੀਂ ਹੈ ਗਿਆਨੀ ਜੀਵ। ਮੇਰੇ ਕਰਮਾਂ 'ਚ ਕੀ ਹੈ ਤੇ ਮੈਨੂੰ ਕੀ ਮਿਲਣਾ, ਪਰ ਮੈਂ ਕਰਦਾ ਕੀ ਪਿਆ, ਇਸ ਪਾਸੇ ਦੌੜਿਆ ਪਿਆ, ਪਰ ਕਰਮਾਂ ਤੋਂ ਬਾਹਰੀ ਦਾਤ ਇਸ ਨੂੰ ਮਿਲਦੀ ਨਹੀਂ। ਸਾਰੀ ਉਮਰ ਭਟਕਦਾ ਰਹਿੰਦਾ, ਭੱਜਦਾ ਰਹਿੰਦਾ, ਦੌੜ ਭੱਜ ਤੇ ਬੜੀ ਕਰਦਾ, ਪਰ ਕਰਮਾਂ ਤੋਂ ਬਾਹਰੀ ਦਾਤ ਨਾ ਹੋਣ ਕਰਕੇ ਮਿਲੀ ਨਹੀਂ ਹੈ। ਭਟਕਣਾ ਹੀ ਕੋਲ ਰਹਿ ਗਈ ਹੈ, ਪ੍ਰਾਪਤੀ ਕੁਝ ਨਹੀਂ ਹੋਈ ਹੈ। ਪਾਤਸ਼ਾਹ ਬਖਸ਼ਦੇ ਹਨ। ਦਰਗਹਿ ਘੜੀਐ ਤੀਨੇ ਲੇਖ। ਕਹਿਣ ਲੱਗੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਨਾ ਗੁਰਮੁਖੋ, ਉਹਨਾਂ ਦੇ ਰਾਜ ਘਰਾਣਿਆਂ ਦੇ ਵਿੱਚ, ਉਹਨਾਂ ਦੀਆਂ ਟਕਸਾਲਾਂ ਦੇ ਵਿੱਚ
ਤਿੰਨ ਤਰ੍ਹਾਂ ਦੇ ਸਿੱਕੇ ਜਿਹੜੇ ਘੜੇ ਜਾਂਦੇ ਨੇ, ਸੋਨੇ ਦੇ, ਚਾਂਦੀ ਦੇ ਅਤੇ ਇਸੇ ਤਰ੍ਹਾਂ ਤਾਂਬੇ ਦੇ। ਅਤੇ ਜਿਵੇਂ ਦਾ ਕੋਈ ਗਾਹਕ ਹੋਵੇ, ਜਿਵੇਂ ਦਾ ਕਿਸੇ ਕੋਲ ਰੁਤਬਾ ਹੋਵੇ, ਜਾਂ ਜਿਵੇਂ ਦੀ ਕਿਸੇ ਨੇ ਸੇਵਾ ਕੀਤੀ ਹੋਵੇ ਨਾ, ਉਹੋ ਜਿਹਾ ਫਿਰ ਉਹ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਕਿਸੇ ਨੂੰ ਸੋਨੇ ਦਾ ਮੈਡਲ ਮਿਲਦਾ, ਕਿਸੇ ਨੂੰ ਚਾਂਦੀ ਦਾ ਮਿਲ ਜਾਂਦਾ, ਕਿਸੇ ਨੂੰ ਤਾਂਬੇ ਦਾ ਮਿਲ ਜਾਂਦਾ। ਇਸੇ ਤਰ੍ਹਾਂ ਰਾਜਾ ਵੀ ਉਹਨਾਂ ਪਦਾਰਥਾਂ ਨੂੰ ਆਪਣੇ ਸੁੱਖ ਵਾਸਤੇ, ਰਾਜ ਦੇ ਸੁੱਖ ਵਾਸਤੇ ਸੋਨੇ ਦੇ ਪਦਾਰਥ ਵੀ ਵਰਤਦਾ, ਚਾਂਦੀ ਅਤੇ ਤਾਂਬੇ ਦੇ ਵੀ ਵਰਤਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਦਰਗਹਿ ਘੜੀਐ ਤੀਨੇ ਲੇਖ। ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਦੇ ਵਿੱਚ ਤਿੰਨ ਤਰ੍ਹਾਂ ਦੇ ਸਿੱਕੇ, ਸੋਨੇ ਅਤੇ ਚਾਂਦੀ ਦੇ ਔਰ ਇਸੇ ਤਰ੍ਹਾਂ ਤਾਂਬੇ ਦੇ ਘੜੇ ਜਾਂਦੇ ਹਨ, ਅਤੇ ਮਹਾਰਾਜ ਫਿਰ ਬਖਸ਼ਦੇ ਹਨ। ਦਰਗਹਿ ਘੜੀਐ ਤੀਨੇ ਲੇਖ। ਇਸੇ ਤਰ੍ਹਾਂ ਜੋ ਪਰਮਾਤਮਾ ਹੈ ਨਾ ਭਾਈ, ਉਹਦੀ ਦਰਗਾਹ ਦੇ ਵਿੱਚ ਵੀ ਰਾਜਸੀ, ਸਾਂਤਕੀ ਅਤੇ ਤਾਮਸੀ ਤਿੰਨ ਤਰ੍ਹਾਂ ਦੇ ਜਿਹੜੇ ਲੋਕ ਨੇ ਨਾ, ਲੋਕਾਂ ਦੇ ਸੁਭਾਅ ਤਿੰਨ ਤਰ੍ਹਾਂ ਦੇ ਪਰਮਾਤਮਾ ਬਣਾਉਂਦਾ ਹੈ। ਰਾਜਸੀ ਜਿਹੜੇ ਠਾਠ ਬਾਠ ਵਾਲੇ, ਸਾਂਤਕੀ ਜਿਹੜੇ ਸ਼ਾਂਤ ਰਹਿਣ ਵਾਲੇ, ਅਤੇ ਤਾਮਸੀ ਜਿਹੜੇ ਗੁੱਸਾ ਕਰਨ ਵਾਲੇ, ਹਰ ਵੇਲੇ ਗੁੱਸਾ ਨੱਕ 'ਤੇ ਚੜ੍ਹਿਆ ਰਹਿੰਦਾ, ਹਰ ਵੇਲੇ ਕ੍ਰੋਧ ਦੇ ਭਰੇ ਹੋਏ। ਰੱਬ ਦੀ ਦਰਗਾਹ ਦੇ ਵਿੱਚ ਤਿੰਨ ਤਰ੍ਹਾਂ ਦੀ ਘਾੜਤ ਘੜੀ ਜਾਂਦੀ ਹੈ। ਗੁੱਸੇ ਵਾਲੇ ਗੁੱਸੈਲ, ਲੜਾਈ ਵਾਲੇ, ਸ਼ਾਂਤਕੀ ਸੁਭਾਅ ਰੱਖਣ ਵਾਲੇ, ਸ਼ਾਂਤ ਰਹਿਣ ਵਾਲੇ, ਅਤੇ ਰਾਜਸੀ ਸੁਭਾਅ ਵਾਲੇ ਭਾਵੇਂ ਧਨ ਪਦਾਰਥ ਕੋਲ ਥੋੜ੍ਹਾ ਹੀ ਹੈ, ਪਰ ਠਾਠ ਬਾਠ, ਬਹਿਣਾ ਉੱਠਣਾ ਸ਼ੌਂਕ ਉਹਨਾਂ ਦੇ ਰਾਜਿਆਂ ਵਾਲੇ ਹੁੰਦੇ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ, ਇਸੇ ਤਰ੍ਹਾਂ ਰੱਬ ਦੀ ਦਰਗਾਹ ਦੇ ਵਿੱਚ ਵੀ ਇਹ ਤਿੰਨ ਤਰ੍ਹਾਂ ਦੇ ਸਿੱਕੇ ਜਿਹੜੇ ਨੇ ਨਾ, ਰਾਜਸੀ, ਸਾਂਤਕੀ ਅਤੇ ਤਾਮਸੀ, ਇਸ ਤਰ੍ਹਾਂ ਦੇ ਘੜੇ ਜਾਂਦੇ ਹਨ, ਫਿਰ ਬਖਸ਼ਿਸ਼ ਕਰਦੇ ਹਨ। ਦਰਗਹਿ ਘੜੀਐ ਤੀਨੇ ਲੇਖ। ਪਰਮਾਤਮਾ ਦਾ ਇਹ ਜੋ ਸਤ ਸੰਗਤ ਰੂਪੀ ਦਰਗਾਹ ਹੈ ਨਾ ਗੁਰਮੁਖੋ, ਜਿੱਥੇ ਆ ਕੇ ਬੈਠੇ ਜੇ, ਇੱਥੇ ਕਰਮ, ਉਪਾਸਨਾ ਅਤੇ ਗਿਆਨ ਰੂਪੀ ਸਿੱਕਾ ਘੜਿਆ ਜਾਂਦਾ। ਸਤ ਸੰਗਤ ਰੂਪੀ ਦਰਗਾਹ ਦੇ ਵਿੱਚ ਕਰਮ ਕੀ ਕਰਨਾ ਹੈ ਇਹ ਦੱਸਿਆ ਜਾਂਦਾ। ਹੁਣ ਆਪਾਂ ਗੁਰੂ ਦਰਬਾਰ ਵਿੱਚ ਬੈਠੇ ਹਾਂ, ਕਥਾ ਸੁਣਦੇ, ਕੀਰਤਨ ਸੁਣਦੇ, ਪਾਠ ਸੁਣਦੇ, ਅਤੇ ਸਾਨੂੰ ਸਮਝਾਇਆ ਜਾਂਦਾ ਵੀ ਨਰ ਅਚੇਤ ਪਾਪ ਤੇ ਡਰ ਰਹੇ। ਬੰਦਿਆ, ਪਾਪ ਕਰਨ ਤੋਂ ਡਰ, ਇਹ ਕਰਮ ਹੈ। ਮਾੜੇ ਕਰਮ ਤੋਂ ਹਟਾਇਆ ਜਾਂਦਾ, ਚੰਗੇ ਵੱਲ ਲਾਇਆ ਜਾਂਦਾ। ਇਹ ਕਰਮ ਇੱਥੋਂ ਪ੍ਰਾਪਤ ਹੋਣਾ, ਸੋਝੀ ਮਿਲਣੀ ਹੈ। ਅਤੇ ਦੂਜਾ ਕਰਮ ਦਰਗਾਹ ਦੇ ਵਿੱਚੋਂ ਮਿਲਦਾ ਉਪਾਸਨਾ। ਉਪਾਸਨਾ ਤੋਂ ਭਾਵ ਹੁੰਦਾ ਪੂਜਾ ਕਰਨੀ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ, ਚਾਦਰਾਂ ਦੀ ਸਫਾਈ ਕਰਦੇ ਹਾਂ, ਦਰਬਾਰ ਦੀ ਸਫਾਈ ਕਰਦੇ ਹਾਂ, ਇੱਥੇ ਆ ਕੇ ਸੇਵਾ ਕਰਦੇ, ਮੰਦਰਾਂ ਦੇ ਵਿੱਚ ਉਪਾਸਨਾ ਹੁੰਦੀਆਂ, ਆਰਤੀਆਂ ਹੁੰਦੀਆਂ, ਪ੍ਰਭੂ ਦੇ ਗੀਤ ਗਾਏ ਜਾਂਦੇ। ਇਹ ਵੀ ਸਤ ਸੰਗਤ ਵਿੱਚੋਂ ਹੀ ਦਾਤਾਂ ਮਿਲਦੀਆਂ। ਅਤੇ ਤੀਜਾ ਬਚਨ ਮਹਾਰਾਜ ਨੇ ਆਖਿਆ ਗਿਆਨ। ਗਿਆਨ ਵੀ ਤਾਂ ਸੰਗਤ ਵਿੱਚੋਂ ਹੀ ਮਿਲੇਗਾ ਨਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਇੱਥੇ ਗਿਆਨ ਦਾ ਸੁਰਮਾ ਮਹਾਰਾਜ ਵੰਡਦੇ ਪਏ। ਨੇਤਰਾਂ ਵਿੱਚ ਪਵੇਗਾ ਅਤੇ ਮਨ ਰੂਪੀ ਇਹ ਜਿਹੜੇ ਸਾਡੇ ਨੇਤਰ ਨੇ ਨਾ ਖੁੱਲ੍ਹ ਜਾਣਗੇ, ਸਾਨੂੰ ਦਾਤ ਮਿਲ ਜਾਵੇਗੀ। ਮਨ ਅਤੇ ਬੁੱਧੀ ਰੂਪੀ ਨੇਤਰ ਖੋਲ੍ਹ ਦੇਣਗੇ। ਇਹ ਗਿਆਨ ਵੀ ਇੱਥੋਂ ਹੀ ਮਿਲਦਾ। ਕਰਮ, ਉਪਾਸਨਾ ਅਤੇ ਗਿਆਨ ਦੀਆਂ ਦਾਤਾਂ ਰੱਬ ਦੇ ਸਤ ਸੰਗਤ ਘਰ ਵਿੱਚੋਂ ਪ੍ਰਾਪਤ ਹੁੰਦੀਆਂ ਹਨ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਦਰਗਹਿ ਘੜੀਐ ਤੀਨੇ ਲੇਖ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਭਾਈ ਬਚਨ ਇਹ ਹੈ ਵੀ ਜਿਹੜੇ ਸ਼ਰਵਣ ਕਰਨਾ, ਮੰਨਣ ਕਰਨਾ, ਨਿਧਿਆਸਨ ਕਰਨਾ, ਇਹ ਵੀ ਤਿੰਨ ਤਰ੍ਹਾਂ ਦੀਆਂ ਦਾਤਾਂ ਜਿਹੜੀਆਂ ਸੰਗਤ ਵਿੱਚੋਂ ਪ੍ਰਾਪਤ ਹੁੰਦੀਆਂ। ਸੰਗਤ ਵਿੱਚ ਆਪਾਂ ਬੈਠ ਕੇ ਤਿੰਨ ਤਰ੍ਹਾਂ ਦੇ ਲੇਖ ਕਮਾਉਂਦੇ ਪਏ ਹਾਂ। ਸ਼ਰਵਣ ਤੋਂ ਭਾਵ ਹੁੰਦਾ ਕੰਨਾਂ ਵਿੱਚ ਸਿਫਤ ਸੁਣਨੀ। ਅਤੇ ਦੂਜਾ ਬਚਨ ਮਹਾਰਾਜ ਕਹਿਣ ਲੱਗੇ ਮੰਨਣ ਕਰਨਾ। ਜਿਹੜਾ ਬਚਨ ਸੁਣਿਆ ਫਿਰ ਉਹਨੂੰ ਮੰਨ ਲੈਣਾ ਵੀ ਹਾਂ ਇਹ ਬਚਨ ਠੀਕ ਹੈ। ਅਤੇ ਤੀਜਾ ਮਹਾਰਾਜ ਨੇ ਸਟੈਪ ਲਿਖਿਆ, ਉਹ ਹੈ ਨਿਧਿਆਸਨ। ਨਿਧਿਆਸਨ ਤੋਂ ਭਾਵ ਹੁੰਦਾ ਗੁਰਮੁਖੋ ਕਮਾਈ ਕਰਨੀ। ਪਹਿਲਾਂ ਸੁਣਨਾ, ਫਿਰ ਮੰਨਣਾ, ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਇਹ ਮਹਾਰਾਜ ਦੇ ਬਚਨ। ਪਹਿਲਾਂ ਸੁਣਿਆ, ਫਿਰ ਉਸ ਨੂੰ ਮੰਨਿਆ, ਅਤੇ ਫਿਰ ਉਹਦੀ ਕਮਾਈ ਕੀਤੀ। ਇਹ ਤਿੰਨੇ ਲੇਖ ਵੀ ਭਾਈ ਸਤਸੰਗਤ ਵਿੱਚ ਹੀ ਲਿਖੇ ਜਾਂਦੇ। ਦਰਗਹਿ ਘੜੀਐ ਤੀਨੇ ਲੇਖ। ਦਰਗਾਹ ਇਹ ਸਤਸੰਗਤ ਜੋ ਹੈ, ਇਹਦੇ ਵਿੱਚ ਤਿੰਨ ਲੇਖ ਜਿਹੜੇ ਨੇ ਉਹ ਘੜੇ ਜਾਂਦੇ ਨੇ। ਸ਼ਰਵਣ ਮੰਨਣ ਅਤੇ ਨਿਧਿਆਸਨ ਕਰਨਾ, ਕਮਾਈ ਕਰਨੀ। ਐਸੇ ਬਖਸ਼ਿਸ਼ ਵਾਲੇ ਬਚਨ ਮਹਾਰਾਜ ਫਿਰ ਫਰਮਾਉਂਦੇ ਹਨ। ਦਰਗਹਿ ਘੜੀਐ ਤੀਨੇ ਲੇਖ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਇਹ ਜੋ ਪਰਮੇਸ਼ਰ ਦੀ ਦਰਗਾਹ ਹੈ ਨਾ, ਦਰਗਾਹ ਕੀ ਹੈ? ਸੰਸਾਰ। ਸੰਸਾਰ ਦੇ ਵਿੱਚ ਸੰਸਾਰ ਨੂੰ ਉਪਦੇਸ਼ ਦੇਣ ਵਾਸਤੇ ਪਰਮਾਤਮਾ ਨੇ ਤਿੰਨ ਤਰ੍ਹਾਂ ਦੇ ਵਿਅਕਤੀ ਘੜੇ ਨੇ।
ਮੁਸਲਮਾਨ ਧਰਮ ਦੇ ਵਿੱਚ ਵਿਅਕਤੀ ਪ੍ਰਮਾਤਮਾ ਨੇ ਬਣਾ ਦਿੱਤਾ ਕਾਜੀ ਨੂੰ। ਕਹਿਣ ਲੱਗੇ ਕਾਜੀ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਤੇ ਮੁਸਲਮਾਨਾਂ ਨੂੰ ਉਪਦੇਸ਼ ਦੇ ਕੇ ਰੱਬ ਦੇ ਰਾਹ ਤੇ ਚਲਾ। ਹਿੰਦੂ ਧਰਮ ਦੇ ਵਿੱਚ ਪ੍ਰਮਾਤਮਾ ਨੇ ਪੈਦਾ ਕਰ ਦਿੱਤਾ ਬ੍ਰਾਹਮਣ ਨੂੰ। ਕਹਿਣ ਲੱਗੇ ਬ੍ਰਾਹਮਣ ਵੇਦ ਸ਼ਾਸਤਰਾਂ ਨੂੰ ਪੜ੍ਹ ਤੇ ਧਰਮ ਦਾ ਗਿਆਨ ਲੋਕਾਂ ਨੂੰ ਦੇ, ਲੋਕਾਂ ਨੂੰ ਧਰਮ ਵਾਲੇ ਪਾਸੇ ਤੋਰ। ਅਤੇ ਜੋਗੀਆਂ ਦੇ ਵਿੱਚ ਜੋਗੀ ਪੈਦਾ ਕਰ ਦਿੱਤੇ, ਕੰਨ ਪਾਟੇ ਜੋਗੀ। ਉਹਨਾਂ ਨੂੰ ਆਖਿਆ ਵੀ ਤੁਸੀਂ ਭਾਈ ਰੱਬ ਦੇ ਨਾਲ ਜੁੜਨ ਦਾ ਯਤਨ ਕਰੋ। ਜੋਗੀਆਂ ਵਿੱਚ ਗੋਰਖ ਵਰਗੇ ਪੈਦਾ ਕਰ ਦਿੱਤੇ, ਹਿੰਦੂਆਂ ਦੇ ਵਿੱਚ ਬ੍ਰਹਮਾ ਵਰਗੇ ਪੈਦਾ ਕਰ ਦਿੱਤੇ, ਮੁਸਲਮਾਨਾਂ ਦੇ ਵਿੱਚ ਬੜੇ ਬੜੇ ਕਾਜੀ ਮੁਹੰਮਦ ਸਾਹਿਬ ਵਰਗੇ ਪੈਗੰਬਰ ਪੈਦਾ ਕਰ ਦਿੱਤੇ। ਦਰਗਾਹ ਘੜੀਏ ਤੀਨੇ ਲੇਖ। ਪਰਮਾਤਮਾ ਨੇ ਤਿੰਨ ਤਰ੍ਹਾਂ ਦੇ ਵਿਅਕਤੀ ਤਿੰਨਾਂ ਧਰਮਾਂ ਵਿੱਚ ਵੱਖੋ ਵੱਖਰੇ ਪੈਦਾ ਕੀਤੇ। ਮੁਸਲਮਾਨਾਂ ਨੂੰ ਧਰਮ ਦਾ ਉਪਦੇਸ਼ ਦੇਣ ਵਾਲਾ ਕਾਜੀ ਹੈ, ਹਿੰਦੂਆਂ ਨੂੰ ਧਰਮ ਦਾ ਉਪਦੇਸ਼ ਦੇਣ ਵਾਲਾ ਬ੍ਰਾਹਮਣ ਹੈ, ਜੋਗੀਆਂ ਨੂੰ ਉਪਦੇਸ਼ ਦੇਣ ਵਾਲਾ ਕਹਿਣ ਲੱਗੇ ਜੋਗੀ ਬਣਾ ਦਿੱਤਾ। ਇਹ ਤਿੰਨ ਤਰ੍ਹਾਂ ਦੇ ਪਰਮਾਤਮਾ ਨੇ ਇਨਸਾਨ ਜਿਹੜੇ ਨੇ ਧਰਮ ਨੂੰ ਚਲਾਉਣ ਵਾਸਤੇ, ਧਰਮ ਦਾ ਗਿਆਨ ਵੰਡਣ ਵਾਸਤੇ ਦੁਨੀਆ ਤੇ ਭੇਜੇ ਹਨ। ਖੋਟਾ ਕਾਮ ਨ ਆਵੈ ਲੇਖ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਖੋਟਾ ਕਾਮ ਨ ਆਵੈ ਵੇਖ। ਵੇਖ ਤੋਂ ਭਾਵ ਹੁੰਦਾ ਗੁਰਮੁਖੋ ਭੇਸ ਲਿਬਾਸ, ਤੇ ਜਿਹਦਾ ਲਿਬਾਸ ਹੀ ਖੋਟਾ ਹੋਵੇ। ਹੁਣ ਮੰਨ ਲਓ ਕਾਜੀ ਹੈ, ਬਾਹਰੋਂ ਤੇ ਕਾਜੀ ਠੀਕ ਹੈ, ਬਣਿਆ ਹੋਇਆ ਧਰਮ ਕਰਮ ਦੇ ਸਾਰੇ ਨਿਸ਼ਾਨ ਉਹਨੂੰ ਪ੍ਰਾਪਤ ਨੇ, ਪਰ ਅੰਦਰੋਂ ਨਹੀਂ ਉਹ ਕਾਜੀ ਬਣਿਆ, ਤੇ ਫਿਰ ਉਹ ਕੀ ਆਪਣੇ ਧਰਮ ਦਾ ਭਲਾ ਕਰੇਗਾ। ਬ੍ਰਾਹਮਣ ਬਾਹਰੋਂ ਤੇ ਬ੍ਰਾਹਮਣ ਬਣਿਆ ਹੋਇਆ, ਮੱਥੇ ਤੇ ਤਿਲਕ ਲਾਇਆ, ਸਿਰ ਤੇ ਬੋਦੀ ਰੱਖੀ ਹੈ, ਗਲ ਵਿੱਚ ਜਨੇਊ ਪਾਇਆ ਹੈ, ਪਰ ਬਾਹਰੋਂ ਬ੍ਰਾਹਮਣ ਬਣਨ ਦੇ ਨਾਲ ਜੇ ਅੰਦਰੋਂ ਨਹੀਂ ਬਣਿਆ, ਅੰਦਰੋਂ ਲੋਭ ਦੇ ਵਿੱਚ ਡੁੱਬਾ ਹੋਇਆ, ਵਿਕਾਰਾਂ ਵਿੱਚ ਡੁੱਬਾ ਹੋਇਆ, ਤੇ ਐਸਾ ਜਿਹੜਾ ਬ੍ਰਾਹਮਣ ਹੈ ਉਹ ਧਰਮ ਦਾ ਕੀ ਫਾਇਦਾ ਕਰੇਗਾ। ਤੇ ਤੀਜਾ ਬਚਨ ਮਹਾਰਾਜ ਨੇ ਆਖਿਆ ਜੋਗੀ। ਜੋਗੀ ਬਾਹਰੋਂ ਤੇ ਕੰਨ ਵਿੱਚ ਬਲੌਰ ਦੀਆਂ ਮੁੰਦਰਾਂ ਪਾਈ ਬੈਠਾ, ਗਲ ਵਿੱਚ ਭਗਵੇ ਕੱਪੜੇ ਪਾ ਲਏ ਨੇ, ਬਾਹਰੋਂ ਤੇ ਆਖਦਾ ਵੀ ਮੈਂ ਜੋਗੀ ਹਾਂ, ਪਰ ਅੰਦਰੋਂ ਜੋਗ ਨਹੀਂ ਮਿਲਿਆ, ਅੰਦਰੋਂ ਜੁੜਨਾ ਨਹੀਂ ਮਿਲਿਆ, ਅੰਦਰੋਂ ਰੱਬ ਨਾਲ ਜੁੜਿਆ ਨਹੀਂ, ਕੇਵਲ ਬਾਹਰੀ ਦਿਖਾਵਾ ਹੈ, ਤੇ ਐਸਾ ਜੋਗੀ ਕੀ ਭਲਾ ਕਰੇਗਾ। ਤੇ ਇਤਿਹਾਸਕਾਰਾਂ ਨੇ ਗ੍ਰੰਥਾਂ ਵਿੱਚ ਲਿਖਿਆ ਵੀ ਜੋਗੀਆਂ ਦਾ ਗੁਰੂ ਜਿਹੜਾ ਗੋਰਖਨਾਥ ਹੈ ਨਾ, ਦੂਜਿਆਂ ਨੂੰ ਆਖਦਾ ਵੀ ਵਿਆਹ ਨਾ ਕਰਾਓ ਤੇ ਆਪਣਾ ਘਰ-ਬਾਰ ਛੱਡ ਕੇ ਮੇਰੇ ਕੋਲ ਆ ਜਾਓ। ਇੱਕ ਸਮਾਂ ਐਸਾ ਆਇਆ, ਕੋਈ ਰਾਜਾ ਮਰ ਗਿਆ ਤੇ ਗੋਰਖਨਾਥ ਨੂੰ ਪਤਾ ਲੱਗ ਗਿਆ ਵੀ ਇਹਦੀਆਂ ਰਾਣੀਆਂ ਬੜੀਆਂ ਸੋਹਣੀਆਂ, ਤੇ ਆਪਣੇ ਸਰੀਰ ਵਿੱਚੋਂ ਆਪਣੀ ਆਤਮਾ ਕੱਢੀ ਤੇ ਰਾਜੇ ਦੇ ਸਰੀਰ ਵਿੱਚ ਜਾ ਕੇ ਆਪਣੀ ਆਤਮਾ ਪਾ ਦਿੱਤੀ, ਤੇ ਰਾਜਾ ਬਣ ਕੇ ਵਕਾਰ ਭੋਗਣ ਲੱਗ ਪਿਆ। ਜਿਸ ਵੇਲੇ ਗੋਰਖਨਾਥ ਨੇ ਕੁਝ ਕੀਤਾ ਨਾ, ਤੇ ਉਸ ਵੇਲੇ ਗੋਰਖਨਾਥ ਦੇ ਚੇਲੇ ਜਿਹੜੇ ਸਨ, ਹੋਰ ਜਿਹੜੇ ਸਨ, ਮਛੰਦਰਨਾਥ ਜਿਹੜਾ ਹੈ ਨਾ, ਉਹ ਇਹਨਾਂ ਦਾ ਗੁਰੂ ਹੋਇਆ ਜੋਗੀਆਂ ਦਾ। ਮਛੰਦਰਨਾਥ ਨੇ ਸਾਰੀ ਕਿਰਿਆ ਕੀਤੀ ਹੈ, ਤੇ ਫਿਰ ਗੋਰਖ ਜਿਹੜਾ ਸੀ ਚੇਲਾ, ਮਛੰਦਰਨਾਥ ਗੁਰੂ ਹੈ, ਗੋਰਖ ਚੇਲਾ ਹੈ, ਪਰ ਗੋਰਖ ਦੀ ਪ੍ਰਾਪਤੀ ਮਛੰਦਰ ਨਾਲੋਂ ਵੱਧ ਹੋਣ ਕਰਕੇ ਮਸ਼ਹੂਰੀ ਜ਼ਿਆਦੀ ਗੋਰਖਨਾਥ ਦੀ ਹੈ। ਤੇ ਫਿਰ ਗੋਰਖਨਾਥ ਚੇਲਿਆਂ ਨੂੰ ਲੈ ਕੇ ਗਿਆ ਤੇ ਆਖਿਆ ਵੀ ਸ਼ਰਮ ਕਰ, ਤੂੰ ਸਾਡਾ ਗੁਰੂ ਹੈ, ਸਾਨੂੰ ਤੇ ਆਖਦਾ ਵੀ ਘਰ-ਬਾਰ ਛੱਡੋ ਤੇ ਪਰਿਵਾਰ ਛੱਡੋ ਤੇ ਜੋਗੀ ਬਣ ਜਾਵੋ, ਤੇ ਤੂੰ ਸਾਡਾ ਗੁਰੂ ਹੋ ਕੇ ਇਹੋ ਜਿਹੇ ਭੈੜੇ ਕਰਮ ਕਰਦਾ, ਤੇ ਸਾਡਾ ਤੂੰ ਭਲਾ ਕੀ ਕਰੇਗਾ। ਇਸ ਤਰ੍ਹਾਂ ਦੀ ਗੱਲਬਾਤ ਕਰਕੇ ਤੇ ਫਿਰ ਰਾਜੇ ਦੇ ਸਰੀਰ ਵਿੱਚੋਂ ਕੱਢ ਕੇ ਲੈ ਕੇ ਆਂਦਾ। ਮਹਾਰਾਜ ਕਹਿਣ ਲੱਗੇ ਜੇ ਜੋਗੀ ਕੁਕਰਮੀ ਹੋ ਜਾਵੇ, ਬ੍ਰਾਹਮਣ ਲੋਭੀ ਹੋ ਜਾਵੇ, ਕਾਜੀ ਵੀ ਇਸ ਤਰ੍ਹਾਂ ਦੇ ਖੋਟੇ ਕਰਮ ਕਰੇ, ਤੇ ਫਿਰ ਦੁਨੀਆ ਦਾ ਕੀ ਭਲਾ ਹੋਵੇਗਾ। ਖੋਟਾ ਕਾਮ ਨ ਆਵੈ ਵੇਖ। ਵੇਖ ਤੋਂ ਭਾਵ ਹੁੰਦਾ ਭੇਸ। ਜੇ ਤੁਹਾਡਾ ਭੇਸ ਖੋਟਾ ਨਾ, ਅੰਦਰੋਂ ਕੁਝ ਹੋਰ ਹੋ ਤੋਂ ਬਾਹਰੋਂ ਕੁਝ ਹੋਰ ਹੋ, ਫਿਰ ਤੁਸੀਂ ਧਰਮ ਦਾ ਕੁਝ ਨਹੀਂ ਸਵਾਰ ਸਕਦੇ, ਜਾਂ ਆਪਣੀ ਕੌਮ ਦਾ ਕੁਝ ਨਹੀਂ ਸਵਾਰ ਸਕਦੇ। ਆਪਣੇ ਲੋਭ ਵਾਸਤੇ, ਪ੍ਰਯੋਜਨ ਵਾਸਤੇ ਲੱਗੇ ਹੋਏ ਇਹ ਧਾਰਮਿਕ ਵਿਅਕਤੀ, ਧਰਮ ਨੂੰ ਚਲਾਉਣ ਵਾਲੇ, ਤੇ ਦੁਨੀਆ ਦਾ ਕੀ ਭਲਾ ਹੋਵੇਗਾ। ਇਹ ਉਸ ਵੇਲੇ ਦੀ ਗੱਲ ਨਹੀਂ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ, ਅੱਜ ਵੀ ਇਸੇ ਤਰ੍ਹਾਂ ਹੀ ਹੋ ਰਿਹਾ। ਧਰਮੀ ਬੰਦਾ ਧਰਮ ਦੇ ਨਾਂ ਤੇ ਦੁਨੀਆ ਨੂੰ ਲੁੱਟਦਾ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਨਾਂ ਕਰਮਾਂ ਦੇ ਨਾਲ ਭਾਈ ਕੁਝ ਪ੍ਰਾਪਤੀ ਨਹੀਂ ਹੈ। ਨਾਨਕ ਜੇ ਵਿੱਚ ਰੂਪਾ ਹੋਏ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਰੂਪਾ ਕਹੀਏ, ਰੁਪਈਏ ਦੇ ਵਿੱਚ ਭਾਈ ਰੂਪਾ ਕਹੀਏ, ਜੇ ਪੂਰੀ ਚਾਂਦੀ ਹੋਵੇ ਨਾ, ਹੁਣ ਰੁਪਈਆ ਤੇ ਹੈ ਪਰ ਉਹਦੇ ਵਿੱਚ ਪੂਰੀ ਚਾਂਦੀ ਨਾ ਹੋਵੇ, ਤੇ ਉਸ ਨੂੰ ਰੁਪਈਆ ਥੋੜ੍ਹੀ ਕੋਈ ਕਵੇਗਾ। ਰੁਪਈਏ ਨੂੰ ਰੁਪਈਆ ਤਾਂ ਮੰਨਿਆ ਜਾਣਾ ਹੈ ਜੇ ਉਸ ਰੁਪਈਏ ਵਿੱਚ ਪੂਰੀ ਚਾਂਦੀ ਹੋਵੇ, ਤਾਂ ਉਸ ਨੂੰ ਰੁਪਈਆ ਖਰਾ ਕਿਹਾ ਜਾਂਦਾ ਹੈ। ਖਰਾ ਖਰਾ ਆਖੈ ਸਭ ਕੋਏ। ਸਾਰੇ ਆਖਦੇ ਵੀ ਖਰਾ ਹੈ, ਬਿਲਕੁਲ ਓਰੀਜਨਲ ਹੈ, ਇਸ ਰੁਪਈਏ ਵਿੱਚ ਕੋਈ ਮਿਲਾਵਟ ਨਹੀਂ ਹੈ, ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ
ਵਾਧਾ ਘਾਟਾ ਨਹੀਂ। ਕਿਉਂ ਨਹੀਂ ਹੈ? ਕਿਉਂਕਿ ਉਸ ਚਾਂਦੀ ਦੇ ਰੁਪਈਏ ਵਿੱਚ ਪੂਰੀ ਚਾਂਦੀ ਹੈ। ਜੇ ਪੂਰੀ ਚਾਂਦੀ ਨਾ ਹੋਵੇ ਤਾਂ ਉਸ ਰੁਪਈਏ ਨੂੰ ਖਰਾ ਨਹੀਂ ਕਿਹਾ ਜਾਂਦਾ। ਖਰਾ ਤਾਂ ਆਖਿਆ ਜਾਂਦਾ ਹੈ, ਉਹਦਾ ਕਾਰਨ ਇਹ ਆ ਵੀ ਉਹਦੇ ਵਿੱਚ ਜੋ ਕਿਹਾ ਗਿਆ ਨਾ ਉਹ ਉਸੇ ਤਰ੍ਹਾਂ ਦਾ ਹੈ। ਮਹਾਰਾਜ ਕਹਿਣ ਲੱਗੇ ਭਾਈ ਇਸੇ ਤਰ੍ਹਾਂ ਗੁਰਮੁਖਾ, ਇਹ ਜਿਹੜਾ ਤੇਰਾ ਸਰੀਰ ਹੈ ਨਾ, ਇਹ ਸਰੀਰ ਦੇ ਵਿੱਚ ਜਿਹੜਾ ਤੇਰਾ ਮਨ ਹੈ ਇਹ ਚਾਂਦੀ ਹੈ। ਜੇ ਸਰੀਰ ਦੇ ਵਿੱਚ ਸਰੀਰ ਰੂਪੀ ਰੁਪਈਏ ਦੇ ਵਿੱਚ ਮਨ ਰੂਪੀ ਚਾਂਦੀ ਸਾਫ਼ ਹੀ ਨਹੀਂ ਹੈ, ਮਨ ਤੇਰਾ ਮਿਲਾਵਟਾਂ ਵਾਲਾ, ਫਿਰ ਤੈਨੂੰ ਖਰਾ ਕੋਈ ਨਹੀਂ ਕਵੇਗਾ। ਬਾਹਰੋਂ ਤੇ ਸਰੀਰ ਬਣਾ ਕੇ ਵਿਖਾਇਆ, ਬਾਹਰੋਂ ਤੇ ਰੁਪਈਆ ਬੜਾ ਸਾਫ਼ ਲੱਗਦਾ, ਬੜਾ ਚਮਕਦਾ ਪਿਆ, ਵੇਖਣ ਨੂੰ ਲੱਗਦਾ ਵੀ ਇਹ ਚਮਕਦਾ ਤੇ ਚਾਂਦੀ ਦਾ, ਪਰ ਜਦੋਂ ਉਹਦੀ ਪਰਖ ਕੀਤੀ ਗਈ ਤੇ ਵੇਖਿਆ ਵੀ ਨਹੀਂ, ਇਹਦੇ ਵਿੱਚ ਤੇ ਮਿਲਾਵਟ ਹੈ। ਇਸੇ ਤਰ੍ਹਾਂ ਗੁਰਮੁਖਾ, ਬਾਹਰੋਂ ਤੇ ਤੇਰਾ ਸਰੀਰ ਜਿਹੜਾ ਨਾ ਉਹ ਬੜਾ ਚੰਗਾ ਲੱਗਦਾ ਵੀ ਤੂੰ ਧਰਮੀ ਹੈ, ਧਰਮ ਦੇ ਕੰਮ ਕਰਨ ਵਾਲਾ, ਧਰਮ ਦੇ ਲਿਬਾਸ ਪਾਉਣ ਵਾਲਾ ਹੈ, ਪਰ ਜਦੋਂ ਤੇਰੀ ਪਰਖ ਕੀਤੀ ਜਾਂਦੀ ਹੈ ਤੇ ਮਨ ਤੇ ਤੇਰਾ ਖੋਟਾ ਵਿਕਾਰਾਂ ਦਾ ਭਰਿਆ ਹੋਇਆ, ਤੇ ਫਿਰ ਤੇਰਾ ਲਾਭ ਤੇ ਕੋਈ ਨਾ ਹੋਇਆ, ਫਿਰ ਤੈਨੂੰ ਕੋਈ ਖਰਾ ਨਹੀਂ ਕਵੇਗਾ, ਤੈਨੂੰ ਕੋਈ ਚੰਗਾ ਨਹੀਂ ਕਵੇਗਾ। ਰੁਪਈਏ ਨੂੰ ਖਰਾ ਤਾਂ ਕਿਹਾ ਜਾਂਦਾ ਕਿਉਂਕਿ ਉਹਦੇ ਵਿੱਚ ਮਿਲਾਵਟ ਨਹੀਂ ਹੈ। ਤੇਰੇ ਸਰੀਰ ਨੂੰ ਵੀ ਖਰਾ ਤਾਂ ਕਿਹਾ ਜਾਵੇਗਾ ਜੇ ਮਨ ਦੇ ਵਿੱਚ ਮਿਲਾਵਟ ਨਹੀਂ ਹੋਵੇਗੀ। ਜੇ ਮਨ ਹੀ ਮੈਲਾ ਹੋਇਆ ਤੇ ਸਰੀਰ ਨੂੰ ਖਰਾ ਰੁਪਈਆ ਕੋਈ ਨਹੀਂ ਕਵੇਗਾ। ਬਾਹਰੋਂ ਕੁਝ ਹੋਰ ਹੈ, ਅੰਦਰੋਂ ਕੁਝ ਹੋਰ ਹੈ, ਇਸ ਤਰ੍ਹਾਂ ਗੱਲ ਬੰਨੀ ਨਹੀਂ ਹੈ। ਆਪਣੇ ਮਨ ਨੂੰ ਚਾਂਦੀ ਵਾਂਗ ਰੁਪਈਏ ਦੇ, ਚਾਂਦੀ ਦੇ ਰੁਪਈਏ ਵਾਂਗੂ ਸ਼ੁੱਧ ਕਰ, ਤਾਂ ਗੱਲ ਬੰਨੀ ਹੈ। ਤੇ ਸਤਿਗੁਰਾਂ ਨੇ ਮਨ ਨੂੰ ਪੜ੍ਹਾਉਣ ਦਾ ਉਪਦੇਸ਼ ਦਿੱਤਾ। ਕਹਿਣ ਲੱਗੇ ਭਾਈ ਉਹਨਾਂ ਚਿਰ ਪ੍ਰਾਪਤੀ ਨਹੀਂ ਗੁਰਮੁਖਾ, ਜਿੰਨਾ ਚਿਰ ਆਪਣੇ ਮਨ ਰੂਪੀ ਇਸ ਰੁਪਈਏ ਨੂੰ ਸ਼ੁੱਧ ਨਹੀਂ ਕਰਦਾ ਚਾਂਦੀ ਦੇ ਵਾਂਗ, ਉਹਨਾਂ ਚਿਰ ਪ੍ਰਾਪਤੀ ਕੋਈ ਨਹੀਂ। ਗੱਲਾਂ ਨੇ ਤੇਰੇ ਕੋਲ ਜਿੰਨੀਆਂ ਮਰਜ਼ੀ ਕਰ ਲਵੇ, ਜਿੰਨੀਆਂ ਮਰਜ਼ੀ ਸੁਣ ਲਵੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਜਿਹੜੇ ਦੂਸਰਿਆਂ ਦੇ ਉੱਪਰ ਦੋਸ਼ ਆਰੋਪਣੇ ਨੇ, ਇਹਨਾਂ ਨੂੰ ਬੰਦ ਕਰਕੇ ਆਪਣੇ ਮਨ ਨੂੰ ਗੁਰੂ ਨੂੰ ਭੇਟ ਕਰ ਦੇ। ਜੇ ਇਸ ਤਰ੍ਹਾਂ ਕਰੇਗਾ ਤਾਂ ਤੈਨੂੰ ਦੁਨੀਆ ਖਰਾ ਕਵੇਗੀ, ਤਾਂ ਤੈਨੂੰ ਦੁਨੀਆ ਚੰਗਾ ਆਖਦੀ ਹੈ। ਰਹਾਓ ਕਾਦੀ ਕੂੜ ਬੋਲ ਮਲ ਖਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਾਦੀ ਤੋਂ ਭਾਵ ਗੁਰਮੁਖੋ ਕਾਜੀ ਹੈ। ਕਹਿਣ ਲੱਗੇ ਕਾਜੀ ਜਿਹੜਾ ਨਾ ਝੂਠ ਬੋਲਣੇ ਰੂਪੀ ਮੈਲ ਖਾਂਦਾ ਹੈ। ਝੂਠ ਕੀ ਬੋਲਣਾ ਕਿ ਜਦੋਂ ਮੁਸਲਮਾਨਾਂ ਦਾ ਰਾਜ ਸੀ ਨਾ, ਇਸਲਾਮੀ ਰਾਜ ਸੀ, ਤੇ ਉਸ ਵੇਲੇ ਦੇ ਗੁਰਮੁਖੋ ਕਾਜੀ ਜਿਹੜੇ ਉਹ ਜੱਜ ਹੋਇਆ ਕਰਦੇ ਸਨ। ਜਦੋਂ ਕਾਜੀ ਦੇ ਕੋਲ ਕਿਸੇ ਦਾ ਕੋਈ ਕੇਸ ਚਲੇ ਜਾਣਾ ਨਾ, ਫਰਿਆਦ ਚਲੇ ਜਾਣੀ, ਤੇ ਜਿਹਨੇ ਕਾਜੀ ਨੂੰ ਪੈਸੇ ਦੇ ਦਿੱਤੇ ਉਹਦੇ ਹੱਕ ਦੀ ਗੱਲ, ਤੇ ਜਿਹਨੇ ਨਾ ਦਿੱਤੇ ਉਹਦੇ ਨਾਲ ਇਨਸਾਫ ਨਹੀਂ ਹੁੰਦਾ। ਕਾਜੀ ਨੇ ਇਹ ਨਹੀਂ ਵੇਖਣਾ ਵੀ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ, ਮਾਇਆ ਵੱਲ ਵੇਖਣਾ। ਜਿਹਦੇ ਵੱਲੋਂ ਮਾਇਆ ਮਿਲੀ ਉਹ ਬਰੀ ਹੈ, ਜਿਹਦੇ ਵੱਲੋਂ ਨਹੀਂ ਮਿਲੀ ਉਹਨੂੰ ਸਜ਼ਾ ਹੈ। ਤੇ ਝੂਠ ਬੋਲ ਦੇਣਾ, ਝੂਠ ਬੋਲ ਕੇ ਤੇ ਕੁਕਰਮ ਕਰਨੇ, ਪਾਪ ਕਰਨੇ। ਜਦੋਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਕਾਜੀ ਨੇ ਫਤਵਾ ਪੜ੍ਹਿਆ ਨਾ ਆ ਕੇ ਵਜ਼ੀਰ ਖਾਨ ਦੇ ਕਹਿਣ ਤੇ ਵੀ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾਵੇ, ਤੇ ਇਸਲਾਮ ਦਾ ਗ੍ਰੰਥ ਇਹ ਗੱਲ ਕਹਿੰਦਾ ਵੀ ਬੱਚੇ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਇਸਤਰੀ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਸਲਾਮ ਦਾ ਧਾਰਮਿਕ ਗ੍ਰੰਥ ਇਹ ਗੱਲ ਕਹਿੰਦਾ, ਪਰ ਉਸ ਗ੍ਰੰਥ ਨੂੰ ਪੜ੍ਹਨ ਵਾਲਾ ਕਾਜੀ ਆ ਕੇ ਆਖਦਾ ਨੀਆਂ ਵਿੱਚ ਚਿਣਿਆ ਜਾਏ ਤੇ ਮਾਂ ਬਜ਼ੁਰਗ ਨੂੰ ਠੰਡੇ ਬੁਰਜ ਵਿੱਚ ਰੱਖਿਆ ਜਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਾਜੀ ਦਾ ਕਿਰਦਾਰ ਹੀ ਇਦਾਂ ਦਾ ਹੋ ਗਿਆ, ਆਪਣੇ ਮਾਲਕ ਨੂੰ ਖੁਸ਼ ਕਰਨ ਵਾਸਤੇ ਧਰਮ ਨੂੰ ਸਿੱਕੇ ਟੰਗ ਦਿੱਤਾ, ਧਰਮ ਨੂੰ ਪਰੇ ਕਰ ਦਿੱਤਾ ਵੀ ਧਰਮ ਨੇ ਮੇਰਾ ਕੀ ਵਿਗਾੜ ਦੇਣਾ, ਇਸ ਵੇਲੇ ਮੇਰੇ ਹੱਥ ਵਿੱਚ ਪਾਵਰ ਹੈ, ਮੈਂ ਜੋ ਕਰਾਂ ਉਹ ਮੰਨਿਆ ਜਾਣਾ ਹੈ, ਤੇ ਕਰਦਾ ਵੀ ਉਸੇ ਤਰ੍ਹਾਂ ਹੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਾਜੀ ਕੂੜ ਬੋਲ ਵੇਖ ਖਾਏ। ਇਹ ਜਿਹੜਾ ਕਾਜੀ ਹੈ ਨਾ, ਇਹ ਝੂਠ ਬੋਲਣੇ ਰੂਪੀ ਮੈਲ ਨੂੰ ਖਾਂਦਾ, ਝੂਠ ਬੋਲਦਾ ਪਿਆ ਵੱਢੀ ਲੈਣ ਵਾਸਤੇ, ਫਿਰ ਬਖਸ਼ਿਸ਼ ਕਰਦੇ ਹਨ। ਕਾਦੀ ਕੂੜ ਬੋਲ ਮਲ ਖਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਾਜੀ ਇੱਕ ਤੇ ਝੂਠ ਬੋਲਦਾ ਹੈ ਤੇ ਦੂਜਾ ਮਲ ਖਾਏ, ਵੱਡੀਆਂ ਲੈਣ ਰੂਪੀ ਮੈਲ ਖਾਂਦਾ, ਵੱਡੀ ਰਿਸ਼ਵਤ ਲੈਣੀ, ਰਿਸ਼ਵਤ ਲੈਣ ਰੂਪੀ ਮੈਲ ਖਾਂਦਾ ਪਿਆ ਹੈ ਤੇ ਝੂਠ ਬੋਲਣ ਦਾ ਕੰਮ ਕਰਦਾ। ਫਿਰ ਐਸਾ ਕਾਜੀ ਧਰਮ ਦਾ ਕਿਵੇਂ ਭਲਾ ਕਰੇਗਾ? ਇਸਲਾਮ ਨੂੰ ਮੰਨਣ ਵਾਲਿਓ, ਜੇ ਤੁਹਾਡਾ ਕਾਜੀ ਇਸ ਤਰ੍ਹਾਂ ਦਾ ਹੋ ਗਿਆ, ਮਨ ਮੈਲਾ ਤੇ ਵੱਡੀਆਂ ਲੈਂਦਾ, ਫਿਰ ਇਸਲਾਮ ਦਾ ਕਿੱਥੋਂ ਭਲਾ ਕਰੇਗਾ? ਨਹੀਂ ਕਰੇਗਾ, ਲੈ ਕੇ ਬੈਠ ਜਾਵੇਗਾ, ਬਰਬਾਦ ਕਰ ਦੇਵੇਗਾ। ਤੇ ਜੇ ਵਜ਼ੀਰ ਖਾਨ ਦੇ ਕਾਜੀ ਨੇ ਫਤਵਾ ਨਾ ਲਾਇਆ ਹੁੰਦਾ ਵੀ ਇਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਆਂ ਵਿੱਚ ਚਿਣ ਦਿਓ, ਇਹ ਸਜ਼ਾ ਨਾ ਸੁਣਾਈ ਹੁੰਦੀ ਤੇ ਬਰੀ ਕਰਨ ਦਾ ਹੁਕਮ ਦੇ ਦਿੰਦਾ, ਤੇ ਹੋ ਸਕਦਾ ਵਜ਼ੀਰ ਖਾਨ ਦੀ ਮੌਤ ਇਸ ਤਰ੍ਹਾਂ ਨਾ ਹੁੰਦੀ,
ਹੋ ਸਕਦਾ ਸਰਹੰਦ ਨੂੰ ਇਸ ਤਰ੍ਹਾਂ ਨਾ ਉਜਾੜਿਆ ਜਾਂਦਾ, ਹੋ ਸਕਦਾ ਐਸਾ ਰਾਜ ਉਹਨਾਂ ਦਾ ਨਾ ਮੁੱਕਦਾ, ਨਾ ਖਰਾਬ ਹੁੰਦਾ। ਤੇ ਇਹ ਵੀ ਹੋ ਸਕਦਾ ਵੀ 10ਵੇਂ ਪਾਤਸ਼ਾਹ ਨਾ ਕਹਿੰਦੇ ਵੀ ਮੁਗਲ ਰਾਜ ਦੀਆਂ ਜੜ੍ਹਾਂ ਪੱਟੀਆਂ ਗਈਆਂ। ਇਹ ਸਾਰਾ ਕੁਝ ਕਿਉਂ ਹੋਇਆ? ਕਿਉਂਕਿ ਕਾਜੀ ਨੇ ਫਤਵਾ ਉਹ ਲਾਇਆ ਜਿਸ ਨੂੰ ਧਰਮ ਨਹੀਂ ਮੰਨਦਾ, ਇਸਲਾਮ ਨਹੀਂ ਮੰਨਦਾ। ਉਹ ਫਤਵਾ ਲਾ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਰਵਾਉਣ ਦਾ ਯਤਨ ਕੀਤਾ। ਉਸੇ ਸ਼ਹੀਦੀ ਦੇ ਕਾਰਨ ਵਜ਼ੀਰ ਖਾਨ ਨੂੰ ਵਹਿੜਕਿਆਂ ਦੇ ਮਗਰ ਪਾ ਕੇ ਧਰੂ ਕੇ ਘਸੀਟ ਕੇ ਉਹਦੀ ਜਾਨ ਕੱਢੀ ਹੈ ਤੇ ਸਰਹੰਦ ਨੂੰ ਮਲੀਆ ਮੇਟ ਕੀਤਾ। ਉਸੇ ਕਰਕੇ ਹੀ ਨੂਰੇ ਮਾਈ ਨੇ 10ਵੇਂ ਪਾਤਸ਼ਾਹ ਨੂੰ ਆਖਿਆ, ਮਹਾਰਾਜ ਤੁਹਾਡੇ ਛੋਟੇ ਸਾਹਿਬਜ਼ਾਦੇ ਇਸ ਤਰੀਕੇ ਦੇ ਨਾਲ ਜ਼ਾਲਮਾਂ ਨੇ ਸ਼ਹੀਦ ਕੀਤੇ। 10ਵੇਂ ਪਾਤਸ਼ਾਹ ਕਹਿਣ ਲੱਗੇ, ਨੂਰਿਆ ਫਿਰ ਮੁਗਲ ਰਾਜ ਦੀਆਂ ਜੜ੍ਹਾਂ ਪੱਟੀਆਂ ਗਈਆਂ। ਪਰ ਇਹ ਸਾਰਾ ਕੁਝ ਕਿਵੇਂ ਹੋਇਆ? ਇਹ ਤਾਂ ਹੋਇਆ ਕਿਉਂਕਿ ਕਾਜੀ ਨੇ ਫਤਵਾ ਗਲਤ ਲਾਇਆ ਹੈ, ਵੱਡੀ ਲੈ ਲਈ। ਮੇਰੀ ਨੌਕਰੀ ਨਾ ਚਲੇ ਜਾਵੇ, ਵਜ਼ੀਰ ਖਾਨ ਮੇਰੇ 'ਤੇ ਖੁਸ਼ ਰਵੇ, ਮੈਨੂੰ ਇਸੇ ਤਰ੍ਹਾਂ ਮਾਇਆ ਦੇ ਗੱਫੇ ਆਉਂਦੇ ਰਹਿਣ, ਧਰਮ ਦਾ ਕੀ ਹੈ, ਜੋ ਮੈਂ ਕਹਾਂਗਾ ਉਹ ਠੀਕ ਹੈ। ਪਾਤਸ਼ਾਹ ਕਹਿਣ ਲੱਗੇ, ਜਦੋਂ ਕਾਜੀ ਇਹੋ ਜਿਹਾ ਹੋਵੇਗਾ ਉਹ ਧਰਮ ਨੂੰ, ਕੌਮ ਨੂੰ ਅੱਗੇ ਨਹੀਂ ਵਧਣ ਦੇਵੇਗਾ, ਸਗੋਂ ਕੌਮ ਨੂੰ ਬਰਬਾਦ ਕਰੇਗਾ, ਜਿਵੇਂ ਕਾਜੀ ਨੇ ਵਜ਼ੀਰ ਖਾਨ ਨੂੰ ਕੀਤਾ ਹੈ। ਐਸੀਆਂ ਫਿਰ ਉਸ ਵੇਲੇ ਘਟਨਾਵਾਂ ਹੁੰਦੀਆਂ ਹਨ। ਬ੍ਰਾਹਮਣ ਨਾਵੇ ਜੀਆਂ ਖਾਏ। ਪਾਤਸ਼ਾਹ ਕਹਿਣ ਲੱਗੇ, ਇਸੇ ਤਰ੍ਹਾਂ ਜਿਹੜੇ ਬ੍ਰਾਹਮਣ ਨੇ ਨਾ, ਬ੍ਰਾਹਮਣ ਨਾਵੇ ਜੀਆਂ ਘਾਏ। ਬ੍ਰਾਹਮਣ ਨਹਾਉਣ ਲੱਗਿਆ ਨਦੀ ਦੇ ਵਿੱਚ ਬੜੀਆਂ ਟੁਬਕੀਆਂ ਮਾਰਦਾ, ਟੁਬਕੀਆਂ ਮਾਰ ਕੇ ਕਈ ਪਾਣੀ ਦੇ ਜੰਤਾਂ ਨੂੰ, ਜੀਵਾਂ ਨੂੰ ਮਾਰ ਦਿੰਦਾ। ਦੂਜਿਆਂ ਨੂੰ ਆਖਦਾ ਵੀ ਪਾਪ ਨਹੀਂ ਕਰਨਾ ਚਾਹੀਦਾ, ਜੀਵ ਹੱਤਿਆ ਨਹੀਂ ਕਰਨੀ ਚਾਹੀਦੀ, ਆਪ ਤੇ ਇਸ਼ਨਾਨ ਕਰਨ ਲੱਗਿਆ ਕਈਆਂ ਨੂੰ ਮਾਰ ਦਿੰਦਾ। ਫਿਰ ਮਹਾਰਾਜ ਬਖਸ਼ਦੇ ਹਨ। ਬ੍ਰਾਹਮਣ ਨਾਵੇ ਜੀਆਂ ਘਾਏ। ਬ੍ਰਾਹਮਣ ਨੇ ਆਪ ਤੇ ਇਸ਼ਨਾਨ ਕਰਦੇ, ਕਈ ਤਰ੍ਹਾਂ ਦੇ ਕਰਮ ਕਰਦੇ, ਤੇ ਜੀਵ ਜਿਹੜੇ ਪਾਣੀ ਵਿੱਚ ਰਹਿਣ ਵਾਲੇ ਉਹਨਾਂ ਨੂੰ ਛਕਣ ਵਾਸਤੇ, ਖਾਣ ਵਾਸਤੇ ਉਹਨਾਂ ਦਾ ਭੋਜਨ ਵੀ ਕਰਦੇ। ਜਿਹੜੇ ਕਸ਼ਮੀਰੀ ਪੰਡਤ ਸਨ, ਕਸ਼ਮੀਰ ਦੇ ਰਹਿਣ ਵਾਲੇ ਬ੍ਰਾਹਮਣ, ਉਹ ਚੱਲਦੇ ਹੋਏ ਪਾਣੀ ਦੇ ਸਰੋਤਾਂ ਵਿੱਚੋਂ ਮੱਛੀ ਕੱਢ ਕੇ ਆਖਦੇ ਤੇ ਜਲ ਤੋਰੀ ਹੈ, ਇਹਦਾ ਭੋਜਨ ਕਰ ਲੈਣਾ ਚਾਹੀਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇੱਕ ਥਾਂ ਤੇ ਆਖਦਾ ਵੀ ਮੈਂ ਬ੍ਰਾਹਮਣ ਹਾਂ, ਮੈਂ ਮਾਸਾਹਾਰੀ ਨਹੀਂ, ਮੈਂ ਸ਼ਾਕਾਹਾਰੀ ਹਾਂ, ਤੇ ਦੂਜੇ ਪਾਸੇ ਪਾਣੀ ਵਿੱਚ ਤੈਰਦੀ ਮੱਛੀ ਕੱਢ ਕੇ ਆਖਦਾ ਵੀ ਜਲ ਤੋਰੀ ਹੈ, ਜਿਵੇਂ ਤੋਰੀਆਂ ਬਾਹਰ ਲਟਕਦੀਆਂ ਪਈਆਂ ਪਾਣੀ ਦੇ ਵਿੱਚ, ਹੈ ਮੈਂ ਖਾ ਸਕਦਾ। ਤੇ ਪਾਤਸ਼ਾਹ ਕਹਿਣ ਲੱਗੇ, ਜਿਹੜਾ ਆਪਣੀ ਜ਼ੁਬਾਨ ਦੇ ਰਸ ਵਾਸਤੇ ਆਪਣਾ ਧਰਮ ਤੇ ਕਾਨੂੰਨ ਬਦਲਦਾ ਪਿਆ, ਤੇਰਾ ਲਾਭ ਕੀ ਕਰੇਗਾ? ਬ੍ਰਾਹਮਣ ਨਹਾਵੇ, ਬ੍ਰਾਹਮਣ ਨਹਾਉਂਦਾ ਤੇ ਜ਼ਰੂਰ ਹੈ, ਪਰ ਜੀਆਂ ਘਾਏ, ਜੀਵਾਂ ਨੂੰ ਘਾ ਕੇ ਮਾਰ ਕੇ ਖਾਂਦਾ ਹੈ। ਐਸੇ ਬ੍ਰਾਹਮਣ ਨੇ ਤੇਰਾ ਭਲਾ ਕਿੱਥੋਂ ਕਰ ਦੇਣਾ ਹੈ? ਜੋਗੀ ਜੁਗਤ ਨਾ ਜਾਣੇ ਅੰਧ। ਇਹ ਜਿਹੜਾ ਜੋਗੀ ਹੈ ਨਾ, ਜੋਗੀ ਵੀ ਭਾਈ ਅੰਨਾ ਹੀ ਹੈ, ਇਹਦੀਆਂ ਅੱਖਾਂ ਹੈ ਹੀ ਨਹੀਂ, ਗਿਆਨ ਰੂਪੀ ਨੇਤਰ ਇਹਦੇ ਕੋਲ ਹੈ ਹੀ ਨਹੀਂ, ਸਮਝ ਰੂਪੀ ਨੇਤਰ ਇਹਦੇ ਕੋਲ ਹੈ ਹੀ ਨਹੀਂ। ਜੋਗੀ ਜੁਗਤ, ਜੋਗੀ ਜਿਹੜਾ ਨਾ ਇਹਦੇ ਕੋਲ ਜੁਗਤ ਕੋਈ ਨਹੀਂ ਹੈ ਪਰਮਾਤਮਾ ਦੇ ਨਾਲ ਜੁੜਨ ਦੀ, ਪਰਮਾਤਮਾ ਨਾਲ ਜੁੜਨਾ ਇਸ ਨੂੰ ਆਉਂਦਾ ਨਹੀਂ ਹੈ। ਤੀਨੇ ਉਜਾੜੇ ਕਾ ਬੰਦ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇਹ ਤਿੰਨੇ ਹੀ ਨਾ ਉਜਾੜਾ ਕਰਨ ਦਾ ਕਹਿਣ ਲੱਗੇ ਸਬੱਬ ਨੇ। ਜੋਗੀ ਨੂੰ ਜੁੜਨਾ ਨਹੀਂ ਆਇਆ, ਕੇਵਲ ਗੱਲਾਂ ਨੇ, ਜਾਂ ਇਸ ਤਰ੍ਹਾਂ ਕਹਿ ਲਈਏ, ਜੋਗੀ ਨੂੰ ਅਗਿਆਨਤਾ ਰੂਪੀ ਹਨੇਰਾ ਦੂਰ ਕਰਨ ਦਾ ਸੋਝੀ ਨਹੀਂ ਹੈ, ਗਿਆਨ ਨਹੀਂ ਹੈ ਵੀ ਮਨ ਦਾ ਹਨੇਰਾ ਦੂਰ ਕਿਵੇਂ ਕਰਨਾ। ਜਦੋਂ ਮਛੰਦਰਨਾਥ ਵਰਗਿਆਂ ਨੇ ਧਰਮ ਚਲਾਇਆ ਨਾ, ਬੜੇ ਲੋਕ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਦੇ ਨਾਲ ਮਿਲ ਗਏ, ਆ ਕੇ ਬੜੇ ਜੋਗੀ ਬਣ ਗਏ। ਜਦੋਂ 2-4 ਮਹੀਨੇ ਜਾਂ 2-4 ਸਾਲ ਨਾਲ ਰਹੇ ਨਾ, ਤੇ ਪਤਾ ਲੱਗਾ ਵੀ ਨਹੀਂ, ਗੱਲਾਂ ਇੰਨੇ ਪੱਲੇ ਤੇ ਇਹਨਾਂ ਦੇ ਕੱਖ ਨਹੀਂ। ਉਹ ਫਿਰ ਜੋਗੀ ਸਨ, ਬਣੇ ਹੋਏ ਕੱਪੜੇ ਲਾ ਕੇ ਇਹਨਾਂ ਨੂੰ ਦੇ ਜਾਂਦੇ ਤੇ ਆਪਣੇ ਕੱਪੜੇ ਪਾ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ। ਅਸੀਂ ਨਹੀਂ ਜੋਗੀ ਬਣਨਾ, ਤੁਹਾਡੇ ਪੱਲੇ ਕੱਖ ਨਹੀਂ, ਵਿਖਾਵਾ ਹੀ ਹੈ। ਹੁਣ ਜੋਗੀਆਂ ਦਾ ਮੱਤ ਘਟਣ ਲੱਗ ਪਿਆ। ਇੱਕ ਵਾਰੀ ਗਿਣਤੀ ਵਧੀ, ਹੁਣ ਗਿਣਤੀ ਘਟਣ ਲੱਗ ਪਈ ਹੈ। ਤੇ ਫਿਰ ਉਸ ਵੇਲੇ ਸਲਾਹ ਕੀਤੀ ਵੀ ਇਹੋ ਜਿਹਾ ਕੰਮ ਕਰੀਏ ਜਿਹੜਾ ਸਾਡੇ ਕੋਲ ਆ ਜਾਵੇ, ਉਹ ਘਰੇ ਨਾ ਜਾ ਸਕੇ। ਕੀ ਕੀਤਾ ਜਾਵੇ? ਇਹਨਾਂ ਦੇ ਕੰਨ ਪਾੜ ਕੇ ਬਲੌਰ ਦੀਆਂ ਮੁੰਦਰਾਂ ਪਾਈਏ ਕੰਨਾਂ ਦੇ ਵਿੱਚ। ਜੇ ਇਹ ਸਾਨੂੰ ਛੱਡ ਕੇ ਜਾਣਗੇ, ਕੰਨ ਪਾਟਾ ਵੇਖ ਕੇ ਲੋਕੀ ਕਹਿਣਗੇ ਵੀ ਤੂੰ ਜੋਗੀ ਬਣਿਆ, ਹੁਣ ਤੈਨੂੰ ਕੀ ਹੋ ਗਿਆ, ਤੂੰ ਘਰੇ ਕਿਉਂ ਆ ਗਿਆ? ਬੱਚੀ ਜਾਂ ਬੱਚਾ ਛੋਟੀ ਉਮਰ ਦੇ ਵਿੱਚ ਵੀ ਕੰਨ ਵਿੰਨ ਦਈਏ ਨਾ, ਤੇ ਸਾਰੀ ਉਮਰ ਭਾਵੇਂ ਉਹ ਕੰਨ ਦੇ ਵਿੱਚ ਗਹਿਣਾ ਨਾ ਪਾਵੇ, ਪਰ ਨਿਸ਼ਾਨ ਜ਼ਰੂਰ ਰਹਿੰਦਾ ਵੀ ਕੰਨ ਵਿੰਨਿਆ ਸੀ। ਪਰ ਜੋਗੀਆਂ ਦਾ ਕੰਨ ਵਿੰਨਣਾ ਤੇ ਬੜੀ ਵੱਡੀ ਮੋਰੀ ਕੱਢਦੇ ਕੰਨ ਵਿੱਚੋਂ, ਤੇ ਮੋਟੀਆਂ ਬਲੌਰ ਦੀਆਂ ਮੁੰਦਰਾਂ ਪਾਉਂਦੇ ਵੀ ਦੂਰੋਂ ਪਤਾ ਲੱਗੇ ਵੀ ਇਹਦਾ ਕੰਨ ਪਾਟਾ ਜੋਗੀ ਹੈ। ਇਹ ਜੋਗੀਆਂ ਨੇ ਨਵੀਂ ਸਕੀਮ ਕੱਢੀ ਸੀ ਵੀ ਜਿਹੜਾ ਸਾਡੇ ਕੋਲ ਆ ਜਾਵੇ, ਸ਼ਰਮ ਦਾ ਮਾਰਾ ਘਰ ਨਾ ਜਾ ਸਕੇ।
ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹੋ ਜਿਹਾ ਜੋਗੀ ਬਣ ਗਿਆ, ਬਲੌਰ ਦੀਆਂ ਮੁੰਦਰਾਂ ਤੇ ਪਾ ਲੈਂਦਾ, ਪਰ ਰੱਬ ਵਿੱਚ ਜੁੜਨਾ ਨਹੀਂ ਆਇਆ। ਇਹ ਤਿੰਨੇ ਲੋਕ ਜਿਹੜੇ ਨੇ ਸੰਸਾਰ ਨੂੰ ਉਜਾੜਨ ਵਾਸਤੇ ਨੇ, ਆਬਾਦ ਕਰਨ ਵਾਸਤੇ ਨੇ। ਕਾਜੀ ਵੀ ਉਜਾੜਦਾ ਪਿਆ, ਬ੍ਰਾਹਮਣ ਵੀ ਉਜਾੜਦਾ ਪਿਆ, ਜੋਗੀ ਵੀ ਉਜਾੜਦਾ ਪਿਆ। ਆਪਣੇ ਭਲੇ ਵਾਸਤੇ ਕਰਮ ਕਰਦੇ, ਧਰਮ ਦੇ ਭਲੇ ਵਾਸਤੇ ਕੋਈ ਕੰਮ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਐਸੀ ਇਹਨਾਂ ਦੀ ਹਾਲਤ ਹੈ। ਸੋ ਜੋਗੀ ਜੋ ਜੁਗਤ ਪਛਾਣਾ। ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਆਪ ਜੀ ਦੱਸੋ, ਛੱਡੋ ਇਹਨਾਂ ਕਾਜ਼ੀਆਂ ਨੂੰ ਤੇ ਇਹਨਾਂ ਜੋਗੀਆਂ ਨੂੰ, ਆਪ ਜੀ ਦੱਸੋ ਵੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਮਹਾਰਾਜ ਕਹਿਣ ਲੱਗੇ ਭਾਈ ਸੋ ਜੋਗੀ, ਜੋਗੀ ਉਹ ਹੈ ਜਿਹੜਾ ਰੱਬ ਵਿੱਚ ਜੁੜਨ ਦੀ ਜੁਗਤੀ ਜਾਣ ਲਵੇ, ਅਸੀਂ ਉਹਨੂੰ ਜੋਗੀ ਮੰਨਦੇ ਹਾਂ। ਉਹ ਭਾਵੇਂ ਕੋਈ ਵੀ ਹੋਵੇ, ਗੁਰੂ ਕਾ ਸਿੱਖ ਵੀ ਹੋ ਸਕਦਾ, ਕੋਈ ਚੰਗੇ ਕਰਮਾਂ ਵਾਲਾ ਹਿੰਦੂ ਹੋ ਸਕਦਾ, ਚੰਗੇ ਕਰਮ ਵਾਲਾ ਮੁਸਲਮਾਨ ਹੋ ਸਕਦਾ, ਈਸਾਈ ਵੀ ਹੋ ਸਕਦਾ। ਜਿਹੜਾ ਰੱਬ ਵਿੱਚ ਜੁੜਨਾ ਜਾਣਦਾ ਅਸਲ ਵਿੱਚ ਜੋਗੀ ਉਹ ਹੈ ਜਿਹੜਾ ਅੰਦਰੋਂ ਜੁੜਿਆ ਹੋਇਆ, ਬਾਹਰੋਂ ਜੁੜਨ ਦੀ ਗੱਲ ਨਹੀਂ ਹੈ, ਬਾਹਰਲੇ ਪਖੰਡ ਦੀ ਗੱਲ ਨਹੀਂ ਹੈ। ਜੋਗੀ ਉਹ ਹੈ ਗੁਰਮੁਖੋ ਜਿਹੜਾ ਰੱਬ ਦੇ ਨਾਲ ਜੁੜਨ ਦੀ ਜੁਗਤੀ ਨੂੰ ਜਾਣਦਾ ਹੈ। ਗੁਰ ਪ੍ਰਸਾਦੀ ਏਕੋ ਜਾਣੈ। ਗੁਰੂ ਦੀ ਕਿਰਪਾ ਦੇ ਨਾਲ ਇੱਕ ਪਰਮਾਤਮਾ ਨੂੰ ਜਾਣੇ, ਸਾਰਿਆਂ ਥਾਵਾਂ ਤੇ ਸਮਾਇਆ ਹੋਇਆ। ਜੁੜਨਾ ਕੀ ਹੈ? ਸਭ ਮੈਂ ਜੋਤ, ਜੋਤ ਹੈ ਸੋਏ। ਇਹ ਹੈ ਜੁੜਨਾ। ਜੁੜਨਾ ਇਹ ਹੈ ਸਭੈ ਘਟ ਰਾਮ ਬੋਲੇ, ਰਾਮਾ ਬੋਲੇ। ਇਹ ਹੈ ਜੁੜਨਾ। ਨਾਮਦੇਵ ਜੀ ਜੁੜੇ ਨੇ, ਨਾਮਦੇਵ ਜੀ ਜੋਗੀ ਬਣੇ ਨੇ ਜਿਨ੍ਹਾਂ ਨੇ ਸਾਰਿਆਂ ਥਾਵਾਂ ਤੇ ਪਰਮਾਤਮਾ ਵੇਖਿਆ। ਜੁੜਨਾ ਉਹਦਾ ਸਫਲਾ ਹੈ ਜਿਹੜਾ ਸਭ ਥਾਂ ਤੇ ਰੱਬ ਨੂੰ ਵੇਖਦਾ। ਜਿਹਨੇ ਵੇਖਿਆ ਹੀ ਨਹੀਂ ਉਹ ਕਾਹਦਾ ਜੁੜਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੋ ਜੋਗੀ ਜੋ ਜੁਗਤ ਪਛਾਣੈ। ਜੋਗੀ ਉਹ ਹੈ ਜਿਹੜਾ ਰੱਬ ਵਿੱਚ ਜੁੜਨ ਦੀ ਜੁਗਤੀ ਪਛਾਣ ਕੇ ਗੁਰ ਪ੍ਰਸਾਦੀ ਏਕੋ ਜਾਣੈ, ਗੁਰੂ ਕਿਰਪਾ ਨਾਲ ਸਾਰਿਆਂ ਵਿੱਚ ਉਸ ਪਰਮਾਤਮਾ ਨੂੰ ਵੇਖਦਾ ਹੈ। ਕਾਜੀ ਸੋ ਜੋ ਉਲਟੀ ਕਰੈ। ਕਾਜੀ ਉਹ ਹੈ ਉਲਟੀ ਕਰੇ। ਉਲਟੀ ਤੋਂ ਭਾਵ ਹੁੰਦਾ ਗੁਰਮੁਖੋ ਬਿਰਤੀ ਨੂੰ ਉਲਟਲਾ ਲੈਣਾ। ਜਿਵੇਂ ਸਾਡੀ ਬਿਰਤੀ ਹੈ ਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਾਲੀ, ਪਰ ਕਾਜੀ ਅਸਲ ਵਿੱਚ ਉਹ ਹੈ ਜਿਹੜਾ ਕਾਮ ਤੋਂ ਆਪਣੇ ਆਪ ਨੂੰ ਬਚਾ ਲਵੇ, ਕ੍ਰੋਧ ਤੋਂ ਬਚਾ ਲਵੇ, ਲੋਭ ਤੋਂ ਬਚਿਆ, ਮੋਹ ਤੋਂ ਬਚਿਆ, ਈਰਖਾ ਤੋਂ ਬਚਿਆ, ਨਿੰਦਿਆ ਤੋਂ ਬਚਿਆ। ਜਿਹੜਾ ਆਪਣੀ ਬਿਰਤੀ ਨੂੰ ਆਮ ਲੋਕਾਂ ਦੀ ਬਿਰਤੀ ਨਾਲੋਂ ਉਲਟ ਕਰ ਲਵੇ, ਵੱਖਰਾ ਚੱਲੇ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ। ਇਹ ਹੈ ਕਾਜੀ। ਕਾਜੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਭਾਈ ਜਿਹੜਾ ਆਪਣੀ ਸੁਰਤੀ ਬਿਰਤੀ ਨੂੰ ਸੰਸਾਰ ਦੇ ਲੋਕਾਂ ਨਾਲੋਂ ਵੱਖਰੀ ਕਰ ਲਵੇ, ਉੱਚੀ ਕਰ ਲਵੇ, ਚੰਗੇ ਪਾਸੇ ਨੂੰ ਚੱਲੇ। ਸੋ ਕਾਜੀ ਮਹਾਰਾਜ ਕਹਿਣ ਲੱਗੇ ਜੋ ਉਲਟੀ ਕਰੇ। ਕਾਜੀ ਉਹ ਹੈ ਜਿਹੜਾ ਆਪਣੇ ਆਪ ਨੂੰ ਉਲਟਾ ਬਣਾ ਕੇ ਦੁਨੀਆ ਵੱਲੋਂ ਚੱਲਦਾ ਹੈ। ਗੁਰ ਪ੍ਰਸਾਦੀ ਜੀਵਤ ਮਰੈ। ਗੁਰੂ ਕਿਰਪਾ ਨਾਲ ਜੀਵਤ ਭਾਵ ਤੋਂ ਮਰ ਜਾਵੇ। ਜਿਉਣ ਦੀ ਜਿਉਂ ਜੀਵਤ ਭਾਵ ਤੋਂ ਮਰਨ ਤੋਂ ਭਾਵ ਇਹ ਹੁੰਦਾ ਵੀ ਇੱਛਾਵਾਂ ਖਤਮ ਹੋ ਜਾਣ, ਫੁਰਨੇ ਖਤਮ ਹੋ ਜਾਣ, ਕਲਪਨਾਵਾਂ ਖਤਮ ਹੋ ਜਾਣ। ਜਿਹਦੀਆਂ ਕਲਪਨਾਵਾਂ ਫੁਰਨੇ ਖਤਮ ਹੋ ਗਏ, ਇਹ ਹੈ ਮਰਨਾ। ਇਸ ਤਰ੍ਹਾਂ ਦਾ ਮਰਨਾ ਉਸ ਨੂੰ ਪ੍ਰਾਪਤ ਹੋਵੇ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰਾ। ਬ੍ਰਾਹਮਣ ਉਹ ਹੈ ਇਕੱਲਾ ਬੁੱਧੀ ਰੱਖਣ ਨਾਲ, ਤਿਲਕ ਲਾਉਣ ਦੇ ਨਾਲ, ਧੋਤੀ ਪਾਉਣ ਨਾਲ, ਜਨੇਊ ਪਾਉਣ ਨਾਲ ਬ੍ਰਾਹਮਣ ਨਹੀਂ ਬਣ ਜਾਈਦਾ। ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ। ਬ੍ਰਹਮ ਕੀ ਹੈ? ਪਰਮੇਸ਼ਰ। ਜਿਹੜਾ ਪਰਮੇਸ਼ਰ ਦੀ ਵਿਚਾਰ ਕਰਦਾ ਅਸਲ ਵਿੱਚ ਬ੍ਰਾਹਮਣ ਉਹੀ ਹੈ। ਉਹ ਕੋਈ ਵੀ ਹੋ ਸਕਦਾ ਹੈ। ਉਹ ਆਪਣੇ ਘਰ ਵਿੱਚ ਬੈਠਾ ਦਸਾਂ ਨੋਹਾਂ ਦੀ ਕਿਰਤ ਕਰਨ ਵਾਲਾ ਵੀ ਹੋ ਸਕਦਾ ਹੈ। ਉਹ ਸੰਸਾਰ ਵਿੱਚ ਵਿਚਰਨ ਵਾਲਾ ਆਮ ਵਿਅਕਤੀ ਵੀ ਹੋ ਸਕਦਾ। ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਵਿੱਚ ਜੁੜਨ ਦੀ ਜੁਗਤੀ ਨੂੰ ਜਾਣਦਾ ਹੈ। ਆਪ ਤਰੈ ਸਗਲੇ ਕੁਲ ਤਾਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐਸਾ ਵਿਅਕਤੀ ਫਿਰ ਆਪ ਵੀ ਤਰ ਜਾਂਦਾ, ਕੁਲਾਂ ਵੀ ਤਾਰ ਲੈਂਦਾ। ਜਿਹਨੇ ਬ੍ਰਹਮ ਦੇ ਵਿੱਚ ਆਪਣੇ ਆਪ ਨੂੰ ਜੋੜ ਲਿਆ ਨਾ, ਬ੍ਰਹਮ ਦੀ ਵਿਚਾਰ ਪ੍ਰਾਪਤ ਕਰ ਲਈ, ਆਪ ਤਰ ਜਾਂਦਾ, ਕੁਲਾਂ ਨੂੰ ਤਾਰ ਲੈਂਦਾ ਹੈ। ਦਾਨਸ ਬੰਦ ਸੋਈ ਦਿਲ ਧੋਵਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਦਨਾਈ ਵਾਲਾ ਉਹ ਜੋਗੀ ਉਹ ਹੈ ਜਿਹੜਾ ਆਪਣੇ ਦਿਲ ਨੂੰ ਧੋਂਦਾ ਹੈ। ਦਾਨਸ਼ਬੰਦ ਦਨਾਈ ਵਾਲਾ, ਦਾਨਾ ਸੁਭਾਅ, ਪਰਉਪਕਾਰੀ ਸੁਭਾਅ, ਭਲੇ ਵਾਲਾ ਸੁਭਾਅ। ਦਨਾਈ ਵਾਲਾ ਉਹ ਹੈ ਜੋ ਦਿਲ ਧੋਵੈ, ਜਿਹੜਾ ਆਪਣੇ ਦਿਲ ਨੂੰ ਧੋਂਦਾ ਹੈ, ਮਨ ਦੀ ਮੈਲ ਨੂੰ ਪਰੇ ਕਰਦਾ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਜਿਹਨੇ ਨਾਮ ਦੇ ਰੰਗ ਦੇ ਨਾਲ ਮਨ ਦੀ ਮੈਲ ਨੂੰ ਧੋਤਾ ਅਸਲ ਵਿੱਚ ਜੋਗੀ ਉਹ ਹੈ। ਮੁਸਲਮਾਨ ਸੋਈ ਮਲ ਖੋਆ। ਮੁਸਲਮਾਨ ਉਹ ਹੈ ਜਿਹੜਾ ਆਪਣੇ ਮਨ ਦੇ ਵਿੱਚੋਂ ਮੈਲ ਨੂੰ ਪਰੇ ਕਰਦਾ, ਵਿਕਾਰਾਂ ਦੀ ਮੈਲ ਨੂੰ ਪਰੇ ਕਰਦਾ, ਠੱਗੀ ਮਾਰਨ ਦੀ ਮੈਲ ਨੂੰ ਪਰੇ ਕਰਦਾ। ਮੁਸਲਮਾਨ ਉਹ ਹੈ ਜਿਸ ਨੇ ਮਨ ਦੀਆਂ ਮੈਲਾਂ ਨੂੰ ਪਰੇ ਕੀਤਾ, ਦੂਰ ਕੀਤਾ ਹੋਇਆ ਭਾਈ, ਉਹ ਅਸਲੇ ਵਿੱਚ ਮੁਸਲਮਾਨ ਹੈ। ਪੜਿਆ ਬੂਝਾ ਸੋ ਪ੍ਰਵਾਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਪੜਿਆ ਹੋਇਆ ਪ੍ਰਵਾਨ ਉਹ ਹੈ
ਜਿਹੜਾ ਪਰਮਾਤਮਾ ਨੂੰ ਬੁੱਝਦਾ ਹੈ, ਜਿਹੜਾ ਪਰਮਾਤਮਾ ਨੂੰ ਜਾਣ ਲੈਂਦਾ। ਪੜ੍ਹਿਆ ਵੀ ਉਹਦਾ ਹੀ ਪ੍ਰਵਾਨ ਹੈ, ਨਹੀਂ ਤੇ ਐਵੇਂ ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀਏ ਸਾਥ। ਪੜ੍ਹਨ ਦਾ ਲਾਭ ਕੀ ਹੋਇਆ ਜੇ ਪਰਮਾਤਮਾ ਦੇ ਨਾਮ ਨੂੰ ਨਹੀਂ ਪੜ੍ਹ ਸਕਿਆ। ਮਹਾਰਾਜ ਕਹਿਣ ਲੱਗੇ ਪੜ੍ਹਿਆ ਬੁੱਝੈ ਸੋ ਪ੍ਰਵਾਨ। ਪੜ੍ਹਿਆ ਹੋਇਆ ਉਹ ਸਫਲਾ ਹੈ ਜਿਹਨੇ ਪਰਮਾਤਮਾ ਨੂੰ ਬੁੱਝ ਲਿਆ ਹੈ, ਜਾਣ ਲਿਆ ਹੈ, ਉਹ ਭਾਈ ਪ੍ਰਵਾਨ ਹੈ, ਦੁਨੀਆ ਤੇ ਆਇਆ ਸਫਲਾ ਹੈ। ਜੇ ਸਿਰ ਦਰਗਾਹ ਕਾ ਨਿਸ਼ਾਨ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਗੁਰਮੁਖੋ ਬਚਨ ਇਹ ਨੇ, ਜਿਸ ਦੇ ਸਿਰ ਦੇ ਉੱਪਰ ਪਰਮਾਤਮਾ ਨੇ ਦਰਗੇ ਦਾ ਚੰਗਾ ਲੇਖ ਲਿਖਿਆ ਹੋਇਆ ਹੈ। ਚੰਗਾ ਲੇਖ ਕੀ ਹੈ? ਪਰਮਾਤਮਾ ਦੇ ਹੁਕਮ ਦੇ ਵਿੱਚ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਨਾਲ ਜਿਹੜੇ ਪਰਮਾਤਮਾ ਦੇ ਹੁਕਮ ਦੀ ਰਜਾ ਵਿੱਚ ਰਹਿੰਦੇ ਨੇ ਨਾ, ਰਜਾ ਵਿੱਚ ਰਹਿ ਕੇ ਭਾਣੇ ਵਿੱਚ ਰਹਿ ਕੇ ਕਰਮ ਕਰਨ ਵਾਲੇ, ਉਹ ਜਿਹੜੇ ਗੁਰਮੁਖ ਨੇ ਭਾਈ ਸਫਲੇ ਨੇ। ਮਹਾਰਾਜ ਕਹਿਣ ਲੱਗੇ ਪੜ੍ਹਿਆ ਬੁੱਝੈ ਸੋ ਪ੍ਰਵਾਨ, ਜਿਸ ਸਿਰ ਦਰਗਹ ਕਾ ਨਿਸ਼ਾਨ। ਜੋ ਸ਼੍ਰੋਮਣੀ ਪਰਮਾਤਮਾ ਹੈ ਉਹਦੇ ਹੁਕਮ ਦਾ ਨਿਸ਼ਾਨ ਜਿਨ੍ਹਾਂ ਦੇ ਸਿਰ ਦੇ ਉੱਪਰ ਹੈ, ਉਹਦੇ ਹੁਕਮ ਨੂੰ ਮੰਨਣ ਵਾਲੇ, ਕਹਿਣੇ ਵਿੱਚ ਚੱਲਣ ਵਾਲੇ ਭਾਈ, ਉਹ ਦੁਨੀਆ ਵਿੱਚ ਆਏ ਸਫਲੇ ਨੇ। ਉਹ ਦੁਨੀਆ ਵਿੱਚ ਆਏ ਨਿਸ਼ਾਨ ਕਹੀਏ ਪ੍ਰਗਟ ਨੇ, ਜਿਨ੍ਹਾਂ ਨੇ ਨਾਮ ਜਪਿਆ। ਸਮੇਂ ਦੀ ਸਮਾਪਤੀ, ਫੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਦਾਨਸ ਬੰਦ ਸੋਈ ਦਿਲ ਧੋਵਾ, ਮੁਸਲਮਾਨ ਸੋਈ ਮਲ ਖੋਵਾ। ਪੜ੍ਹਿਆ ਬੁਝੈ ਸੋ ਪ੍ਰਵਾਨ, ਜੇ ਸਿਰ ਦਰਗਾਹ ਕਾ ਨਿਸ਼ਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਸੋਈ ਕਰਾਏ ਜੋ ਤੁਧ ਭਾਵੈ, ਮੋਹਿ ਸਿਆਣਪ ਕਛੂ ਨਾ ਆਵੈ। ਹਮ ਬਾਰਕ ਤੋ ਸਰਣਾਏ, ਪ੍ਰਭ ਆਪੇ ਪੈਜ ਰਖਾਈ।